ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਸੂਹੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੀ ਸਰਤਾਜ ਸ਼ਾਂਤੀ ਦੇ ਸੋਮੇ ਗੁਰਬਾਣੀ ਦੇ ਰਚਨਹਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੂਹੀ ਰਾਗ ਦੇ ਵਿੱਚ ਇਹ ਪਵਿੱਤਰ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ। ਘਰ ਪਹਿਲੇ ਕਾਰ ਸੁਰ ਤਾਲ ਦੇ ਵਿੱਚ ਇਹ ਸ਼ਬਦ ਉਚਾਰ ਰਹੇ ਹਨ। ਕੋ ਓੰਕਾਰ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਇੱਕ ਹੈ। ਉਹ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਸਤ ਹੈ, ਚੇਤਨ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ। ਐਸੇ ਗੁਣਾਂ ਵਾਲਾ ਵਾਹਿਗੁਰੂ ਪਰਮਾਤਮਾ ਅਕਾਲ ਪੁਰਖ ਉਹ ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ। ਇਹ ਪਾਵਨ ਸ਼ਬਦ ਦੀ ਉਥਾਨਕ ਇੰਜ ਹੈ ਕਿ ਜਿਸ ਸਮੇਂ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਬਚਨਾਂ ਦੇ ਅਨੁਸਾਰ ਸ੍ਰੀ ਸੰਤੋਖਸਰ ਸਾਹਿਬ ਵਾਲੀ ਜਗ੍ਹਾ ਦੇ ਉੱਪਰ ਸਰੋਵਰ ਦੀ ਖੁਦਵਾਈ ਕਰਵਾ ਰਹੇ ਸਨ। ਉਸ ਵੇਲੇ ਹੇਠੋਂ ਇੱਕ ਮੱਠ ਨਿਕਲਿਆ। ਸੰਗਤਾਂ ਨੇ ਸਤਿਗੁਰਾਂ ਨੂੰ ਕਿਹਾ ਕਿ ਮਹਾਰਾਜ ਜੀ ਹੇਠੋਂ ਇੱਕ ਮੱਠ ਨਿਕਲਿਆ। ਤਦ ਅੰਤਰਜਾਮੀ ਸਤਿਗੁਰਾਂ ਨੇ ਕਿਹਾ ਕਿ ਉਸ ਮੱਠ ਦੇ ਆਲੇ ਦੁਆਲੇ ਤੋਂ ਮਿੱਟੀ ਪਰੇ ਕਰ ਦੇਵੋ। ਜਦੋਂ ਸੰਗਤਾਂ ਨੇ ਮਿੱਟੀ ਪਾਸੇ ਕਰ ਦਿੱਤੀ ਤਾਂ ਉਸ ਮੱਠ ਦੇ ਇੱਕ ਪਾਸੇ ਸਿਲਾ ਲੱਗੀ ਹੋਈ ਸੀ, ਜਿਸ ਨੂੰ ਸਤਿਗੁਰਾਂ ਨੇ ਕਹਿ ਕੇ ਪਰੇ ਝੁਕਾ ਦਿੱਤਾ। ਤਦ ਉਸ ਦੇ ਅੰਦਰ ਇੱਕ ਜੋਗੀ ਸਮਾਧੀ ਲਈ ਬੈਠਾ ਦਿਖਿਆ। ਗੁਰੂ ਮਹਾਰਾਜ ਜੀ ਨੇ ਮੱਖਣ ਤੇ ਕਸਤੂਰੀ ਮੰਗਵਾ ਕੇ ਤਦ ਉਹਦੀ ਮਾਲਿਸ਼ ਕਰਵਾਈ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਮਾਲਿਸ਼ ਕਰਨ ਤੋਂ ਉਸ ਜੋਗੀ ਦੇ ਪ੍ਰਾਣ ਹੇਠਾਂ ਉਤਰ ਆਏ। ਨੇਤਰ ਖੋਲ ਕੇ ਉਹਨੇ ਪੁੱਛਿਆ ਕਿ ਕਿਹੜਾ ਸਮਾਂ ਹੈ? ਤਾਂ ਸੰਗਤਾਂ ਨੇ ਕਿਹਾ ਕਿ ਕਲਯੁਗ ਦਾ ਸਮਾਂ ਹੈ। ਸਤਿਗੁਰਾਂ ਦੇ ਦਰਸ਼ਨ ਕਰਕੇ ਕਹਿਣ ਲੱਗਾ ਕਿ ਧਰਮਾਤਮਾ ਕੌਣ ਹਨ? ਤਾਂ ਸੰਗਤਾਂ ਨੇ ਦੱਸਿਆ ਕਿ ਨਿਰੰਕਾਰ ਦੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਗੱਦੀ ਉੱਪਰ ਪੰਜਵੇਂ ਥਾਂ ਬਿਰਾਜਮਾਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਨ। ਤਦ ਉਸਨੇ ਉੱਠ ਕੇ ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰ ਕੀਤੀ ਔਰ ਬੇਨਤੀ ਕੀਤੀ ਕਿ ਮਹਾਰਾਜ ਮੈਂ ਪਿਛਲੇ ਯੁੱਗਾਂ ਦਾ ਇੱਥੇ ਬੈਠਾ ਹੋਇਆ ਤੁਹਾਡੀ ਉਡੀਕ ਕਰ ਰਿਹਾ ਸੀ, ਕਿਉਂਕਿ ਮੈਨੂੰ ਮੇਰੇ ਗੁਰੂ ਨੇ ਕਿਹਾ ਸੀ ਕਿ ਕਲਯੁੱਗ ਦੇ ਵਿੱਚ ਖੁਦ ਪਰਮੇਸ਼ਰ ਆਪ ਅਵਤਾਰ ਧਾਰ ਕੇ ਆਵੇਗਾ ਅਤੇ ਤੇਰੇ ਪ੍ਰਸ਼ਨਾਂ ਦਾ ਉੱਤਰ ਦੇ ਕੇ ਤੈਨੂੰ ਮੁਕਤ ਕਰੇਗਾ। ਫਿਰ ਮੈਂ ਬੇਨਤੀ ਕੀਤੀ ਕਿ ਗੁਰੂ ਦੇਵ ਫਿਰ ਕਿਰਪਾ ਕਰੋ ਕਿ ਮੈਨੂੰ ਗਰਭ ਦੇ ਵਿੱਚ ਨਾ ਆਉਣਾ ਪਵੇ। ਇਸੇ ਸਰੀਰ ਨਾਲ ਪਰਮੇਸ਼ਰ ਦੇ ਸਰੂਪ ਦੇ ਦਰਸ਼ਨ ਕਰਕੇ ਮੈਂ ਮੁਕਤ ਹੋਵਾਂ। ਤਦੋਂ ਮੇਰੇ ਗੁਰੂ ਦੇਵ ਨੇ ਮੈਨੂੰ ਯੋਗਾ ਅਭਿਆਸ ਸਿਖਾਇਆ ਅਤੇ ਵਰ ਦਿੱਤਾ ਕਿ ਇਸੇ ਸਰੀਰ ਨਾਲ ਦਰਸ਼ਨ ਕਰਕੇ ਤੂੰ ਮੁਕਤ ਹੋਵੇਂਗਾ।
ਸੋ ਪਰਮੇਸ਼ਰ ਸਰੂਪ ਸਤਿਗੁਰੂ ਜੀ, ਤੁਸੀਂ ਹੁਣ ਮੇਰੇ ਪ੍ਰਸ਼ਨਾਂ ਦਾ ਉੱਤਰ ਦੇ ਕੇ ਮੈਨੂੰ ਮੁਕਤ ਕਰੋ। ਤਦੋਂ ਸਤਿਗੁਰੂ ਸਾਹਿਬ ਰਹਾਉ ਵਾਲੀਆਂ ਪੰਕਤੀਆਂ ਵਿੱਚ ਉਸ ਦੇ ਕੀਤੇ ਹੋਏ ਪ੍ਰਸ਼ਨਾਂ ਨੂੰ ਉਚਾਰਨ ਕਰਕੇ ਉਹਨਾਂ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਸੂਹੀ ਰਾਗ ਦੇ ਅੰਦਰ ਪਹਿਲੇ ਸੁਰਤਾਲ ਵਿੱਚ ਇਹ ਸ਼ਬਦ ਉਚਾਰਨ ਕਰਦੇ ਹਨ। ਇਹਦੀਆਂ ਰਹਾਉ ਵਾਲੀਆਂ ਪੰਕਤੀਆਂ ਦੇ ਪਹਿਲਾਂ ਅਰਥ ਸੁਣੋ, ਫਿਰ ਆਰੰਭ ਤੋਂ ਮਹਾਰਾਜ ਦੀ ਬਾਣੀ ਵਿਚਾਰਾਂਗੇ। ਇੱਕ ਵਾਰ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਕਵਨ ਰੂਪਾ ਦਿਸਟਿਓ ਬਿਨ ਸਾਇਓ। ਜੋ ਇਹ ਸੰਸਾਰ ਦਿਸ ਰਿਹਾ ਹੈ, ਇਸ ਦਾ ਕਿਹੜਾ ਆਕਾਰ ਹੈ ਅਤੇ ਕਿਉਂ ਨਾਸ਼ ਹੋ ਜਾਂਦਾ ਹੈ। ਕਤ ਹੈ ਗਇਓ ਯੋ ਕਤ ਤੇ ਆਇਓ। ਉਹ ਸੰਸਾਰ ਦਾ ਰੂਪ ਕਿੱਥੇ ਤੋਂ ਆਇਆ ਤੇ ਕਿੱਥੇ ਚਲਿਆ ਜਾਵੇਗਾ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਇਹ ਪਹਿਲਾ ਸਤਿਗੁਰੂ ਜੀ ਪ੍ਰਸ਼ਨ ਦਾ ਕਤ ਤੇ ਆਇਓ ਦਾ ਉੱਤਰ ਦਿੰਦੇ ਨੇ। ਰਹਾਉ ਵਾਲੀਆਂ ਪੰਕਤੀਆਂ ਤੋਂ ਬਾਅਦ ਹੁਣ ਆਰੰਭ ਤੋਂ ਆਰੰਭ ਕਰਦੇ ਹਾਂ। ਬਾਜੀ ਗਾਰਾ ਜਸ ਬਾਜੀ ਪਾਈ। ਜੋ ਬਾਜੀਗਰ ਸਵਾਂਗੀ ਨਟ ਨੇ ਜਿਸ ਪ੍ਰਕਾਰ ਕਲਾ ਸ਼ਕਤੀ ਦੁਆਰਾ ਕੋਈ ਖੇਡ ਪਾਈ ਹੋਵੇ। ਨਾਨਾ ਰੂਪਾ ਭੇਖ ਦਿਖਲਾਈ। ਤਦ ਉਹਦੇ ਵਿੱਚ ਬਹੁਤ ਪ੍ਰਕਾਰ ਦੇ ਆਕਾਰ ਅਤੇ ਭੇਖ ਲਿਬਾਸ ਦਿਖਾ ਦਿੰਦਾ ਹੈ। ਇਸੇ ਪ੍ਰਕਾਰ ਬਾਜੀ ਗਾਰਾ ਜਸ ਬਾਜੀ ਪਾਈ। ਬਾਜੀਗਰ ਕੌਣ ਹੈ? ਪਰਮੇਸ਼ਰ, ਜਿਸ ਨੇ ਮਾਇਆ ਸਭ ਲੋ ਕੇ ਇਹ ਸੰਸਾਰ ਇੱਕ ਤਮਾਸ਼ੇ ਦੀ ਨਿਆਈ ਰਚਿਆ ਹੈ। ਨਾਨਾ ਰੂਪਾ ਭੇਖ ਦਿਖਲਾਈ। ਜਿਸ ਵਿੱਚ ਅਨੇਕਾਂ ਤਰ੍ਹਾਂ ਦੇ ਰੂਪ ਅਤੇ ਅਨੇਕ ਤਰ੍ਹਾਂ ਦੇ ਭੇਖ ਦਿਖਾਏ ਹੋਏ ਹਨ। ਸੋ ਜਿਵੇਂ ਇੱਕ ਰਾਜਾ ਸੀ, ਉਸ ਕੋਲ ਇੱਕ ਜਖਣੀ ਨੇ ਆ ਕੇ ਬੇਨਤੀ ਕੀਤੀ ਕਿ ਮੈਨੂੰ ਆਪਣੇ ਕੋਲ ਥਾਂ ਦੇ ਕੇ ਰੱਖ ਲੈ, ਕਦੇ ਤੈਨੂੰ ਮੈਂ ਤਮਾਸ਼ਾ ਦਿਖਾਵਾਂਗੀ। ਰਾਜੇ ਨੇ ਰੱਖ ਲਈ। ਇੱਕ ਦਿਨ ਰਾਜਾ ਅੰਮ੍ਰਿਤ ਵੇਲੇ ਸਭਾ ਵਾਲੇ ਸਥਾਨ 'ਤੇ ਇਕੱਲਾ ਹੀ ਆ ਕੇ ਬੈਠ ਗਿਆ। ਤਦੋਂ ਜਖਣੀ ਨੇ ਮਾਇਆਵੀ ਅਨੇਕਾਂ ਰਾਜੇ ਬਣਾ ਦਿੱਤੇ। ਤਦ ਰਾਜੇ ਨੇ ਦੇਖਿਆ ਕਿ ਸਾਰੀ ਸਭਾ ਵਿੱਚ ਉਸ ਵਰਗੇ ਰਾਜੇ ਹੀ ਰਾਜੇ ਪ੍ਰਤੀਤ ਹੋ ਰਹੇ ਨੇ। ਉਹਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਭਰਮ ਕਰਕੇ ਸਮਝਿਆ ਕਿ ਮੈਨੂੰ ਸੁਪਨਾ ਆ ਰਿਹਾ ਹੈ। ਇੰਨੇ ਚਿਰ ਨੂੰ ਨੌਕਰ ਆਏ ਤਾਂ ਉਹਨਾਂ ਨੇ ਵੀ ਇਹ ਵੇਖਿਆ ਕਿ ਰਾਜ ਅਸਥਾਨ ਤਾਂ ਰਾਜਿਆਂ ਨਾਲ ਹੀ ਭਰਿਆ ਪਿਆ ਹੈ, ਅਸੀਂ ਕਿੱਥੇ ਪ੍ਰਵੇਸ਼ ਹੋਈਏ। ਉਹ ਵੀ ਭਰਮ ਕੇ ਮੁੜ ਗਏ। ਫਿਰ ਇੱਕ ਦਾਸੀ ਆਈ ਜੋ ਬਹੁਤ ਸਿਆਣੀ ਸੀ। ਉਸਨੇ ਦੇਖ ਕੇ ਸੋਚਿਆ ਕਿ ਸਾਡਾ ਰਾਜਾ ਤਾਂ ਇੱਕ ਸੀ, ਫਿਰ ਇੰਨੇ ਜ਼ਿਆਦਾ ਕਿਉਂ ਪ੍ਰਤੀਤ ਹੋ ਰਹੇ ਨੇ। ਫਿਰ ਉਸ ਦਾ ਧਿਆਨ ਜਖਣੀ ਵੱਲ ਗਿਆ ਜੋ ਹੱਸ ਰਹੀ ਸੀ। ਇਉਂ ਦਾਸੀ ਨੇ ਜਾਣ ਲਿਆ ਕਿ ਇਹਦਾ ਹੀ ਕੋਈ ਕੌਤਕ ਕੀਤਾ ਹੋਇਆ ਹੈ। ਫਿਰ ਉਸ ਦਾਸੀ ਨੇ ਵਜ਼ੀਰ ਨੂੰ ਆ ਕੇ ਦੱਸਿਆ ਕਿ ਮੈਨੂੰ ਇਹ ਕੌਤਕ ਜਖਣੀ ਦਾ ਕੀਤਾ ਹੋਇਆ ਲੱਗਦਾ। ਵਜ਼ੀਰ ਕੋਲ ਇੱਕ ਜਖਣੀ ਫੂਕ ਮੰਤਰ ਸੀ ਜੋ ਉਹਨੇ ਦਰਵਾਜ਼ੇ ਨਾਲ ਬੰਨ੍ਹ ਦਿੱਤਾ ਅਤੇ ਰਾਜਿਆਂ ਨੂੰ ਕਿਹਾ ਕਿ ਆਓ ਮਹਾਰਾਜ ਜੀ, ਰਸੋਈ ਖਾਨੇ ਵਿੱਚ ਭੋਜਨ ਪ੍ਰਾਪਤ ਕਰੋ। ਤਦੋਂ ਜੋ ਜਖਣੀ ਦੇ ਬਣਾਏ ਹੋਏ ਰਾਜੇ ਸਨ, ਉਹ ਜਖਣੀ ਮੰਤਰ ਦੇ ਪ੍ਰਤਾਪ ਕਰਕੇ, ਜਖਣੀ ਫੂਕ ਮੰਤਰ ਦੇ ਪ੍ਰਤਾਪ ਕਰਕੇ ਦਰਵਾਜ਼ੇ ਥਾਣੀ ਲੰਘਦੇ ਭਸਮ ਹੁੰਦੇ ਜਾਣ। ਫਿਰ ਜਿਹੜਾ ਅਸਲੀ ਰਾਜਾ ਸੀ ਉਹ ਹੀ ਰਹਿ ਗਿਆ। ਇਉਂ ਵਜ਼ੀਰ ਨੇ ਰਾਜੇ ਦਾ ਭਰਮ ਦੂਰ ਕੀਤਾ। ਦਾ ਦ੍ਰਿਸ਼ਟਾਂਤ ਇਸੇ ਪ੍ਰਕਾਰ ਬ੍ਰਹਮ ਦੇ ਅੰਦਰ ਤਾਂ ਭੁੱਲ ਹੈ ਹੀ ਨਹੀਂ, ਪਰ ਪ੍ਰਤੱਖ ਚੇਤਨ ਜੋ ਸਾਰਿਆਂ ਦਾ ਰਾਜਾ ਰੂਪ ਹੈ, ਉਸ ਅੰਦਰ ਜਖਣੀ ਦੀ ਨਿਆਈ ਮਾਇਆ ਨੇ ਅਨੇਕਤਾ ਪੈਦਾ ਕਰ ਦਿੱਤੀ ਹੈ।
ਜਿਹੜੇ ਸਿੱਧ ਨੇ ਇਹ ਨੌਕਰਾਂ ਦੀ ਨਿਆਈ ਆਏ, ਜੋ ਮਾਇਆ ਦੀ ਅਚਰਜਾ ਦੇਖ ਕੇ ਰਿੱਧੀਆਂ ਸਿੱਧੀਆਂ ਦੇ ਵਿੱਚ ਹੀ ਭੁੱਲ ਗਏ। ਫਿਰ ਦਾਸੀ ਦੀ ਤਰ੍ਹਾਂ ਇੱਕ ਸ਼ੁੱਧ ਬੁੱਧੀ ਨੇ ਸਤਿਗੁਰੂ ਰੂਪ ਵਜ਼ੀਰ ਦੇ ਪਾਸ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਮੈਨੂੰ ਪ੍ਰਤੀਤ ਹੋ ਰਿਹਾ ਹੈ ਕਿ ਮਾਇਆ ਨੇ ਬ੍ਰਹਮ ਦੇ ਵਿੱਚ ਅਨੇਕਤਾ ਪਾ ਦਿੱਤੀ ਹੈ, ਤੁਸੀਂ ਕਿਰਪਾ ਕਰਕੇ ਦਰਸ਼ਨ ਦਿਓ। ਫਿਰ ਸਤਿਗੁਰੂ ਰੂਪ ਵਜ਼ੀਰ ਨੇ ਆ ਕੇ ਪੜਤਾਲ ਕੀਤੀ ਅਤੇ ਸਭ ਰਚਨਾ ਮਾਇਆ ਦੀ ਰਚੀ ਹੋਈ ਦੇਖ ਕੇ ਜਖਣੀ ਫੂਕ ਮੰਤਰ ਦੀ ਨਿਆਈ ਸਤਿਨਾਮ ਰੂਪ ਮੰਤਰ ਜਗਿਆਸੂਆਂ ਦੇ ਹਿਰਦੇ 'ਚ ਬੰਨ੍ਹ ਦਿੱਤਾ। ਜਦੋਂ ਜਗਿਆਸੂਆਂ ਨੇ ਸਤਿਨਾਮ ਰੂਪ ਮੰਤਰ ਦਾ ਅਭਿਆਸ ਕੀਤਾ ਤਾਂ ਸਾਰੀ ਰਚਨਾ ਅਸਤ ਮਿਥਿਆ ਨਿਕਲੀ ਤੇ ਸਤ ਕੇਵਲ ਬ੍ਰਹਮੀ ਦ੍ਰਿਸ਼ਟੀ ਆਇਆ। ਇਸ ਪ੍ਰਕਾਰ ਇਹ ਬ੍ਰਹਮ ਦੀ ਬਾਜੀ ਪਾਈ ਹੋਈ ਹੈ। ਜੋ ਈਸ਼ਵਰ ਨੂੰ ਇੱਕ ਤੋਂ ਬਹੁਤ ਹੋਣ ਦਾ ਸੰਕਲਪ ਫੁਰਦਾ, ਇਹ ਵੀ ਮਾਇਆ ਦੀ ਸੰਗਤ ਕਰਕੇ ਹੀ ਹੈ। ਇਉਂ ਨਾਨਾ ਤਰ੍ਹਾਂ ਦੇ ਆਕਾਰ ਤੇ ਰਾਸ਼ੀ ਤਾਮਸੀ ਸਾਂਦਕੀ ਅੰਡਜ ਅੰਜੀਰ ਸੀਤ ਜਾਦਕ ਭੇਖ ਵੇਖਣ ਵਿੱਚ ਆ ਗਏ ਹਨ। ਸਾਂਗ ਉਤਾਰ ਥੰਮਿਓ ਪਾਸਾਰਾ। ਜਦੋਂ ਬਾਜੀਗਰ ਆਪਣਾ ਸਵਾਂਗ ਨਕਲ ਲਾ ਕੇ ਸਾਰੀ ਖੇਡ ਦੇ ਪਸਾਰੇ ਨੂੰ ਰੋਕ ਲੈਂਦਾ ਹੈ, ਤਾਬਾ ਇੱਕੋ ਏਕੰਕਾਰ। ਉਦੋਂ ਇੱਕੋ ਇੱਕ ਬਾਜੀਗਰ ਦਾ ਆਕਾਰ ਹੀ ਰਹਿ ਜਾਂਦਾ ਹੈ। ਇਸੇ ਪ੍ਰਕਾਰ ਜਦੋਂ ਈਸ਼ਵਰ ਨੇ ਮਾਇਆ ਦਾ ਸਵਾਂਗ ਉਤਾਰ ਦਿੱਤਾ ਤੇ ਸੰਸਾਰ ਦਾ ਪਸਾਰਾ ਰੋਕ ਦਿੱਤਾ, ਭਾਵ ਆਪਣੇ ਸੰਕਲਪ ਨੂੰ ਰੋਕ ਕੇ ਨਿਰਗੁਣ ਸਰੂਪ ਦੇ ਵਿੱਚ ਨਿਵਾਸ ਕੀਤਾ, ਤਦੋਂ ਇੱਕੋ ਇੱਕ ਓਅੰਕਾਰ ਦਾ ਰੂਪ ਹੀ ਰਹਿ ਜਾਂਦਾ ਹੈ। ਭਾਵ ਮਾਇਆ ਸਬਲ ਬ੍ਰਹਮ ਤੋਂ ਸੰਸਾਰ ਪੈਦਾ ਹੁੰਦਾ ਹੈ ਤੇ ਉਹਦੇ ਵਿੱਚ ਹੀ ਲੈ ਹੋ ਜਾਂਦਾ ਹੈ। ਕਵਨ ਰੂਪਾ ਦ੍ਰਿਸ਼ਟਿਓ ਬਿਨਸਾਇਓ। ਸੋ ਇਹ ਪੰਕਤੀਆਂ ਦੀ ਆਪਾਂ ਪਹਿਲਾਂ ਅਰਥ ਕਰ ਚੁੱਕੇ ਹਾਂ, ਜਿਹਦੇ ਵਿੱਚ ਪ੍ਰਸ਼ਨ ਨੇ ਕਿ ਜੋ ਇਹ ਸੰਸਾਰ ਦਿਖ ਰਿਹਾ ਹੈ, ਇਹਦਾ ਕਿਹੜਾ ਰੂਪ ਆਕਾਰ ਹੈ ਤੇ ਕਿਉਂ ਨਾਸ਼ ਹੋ ਜਾਂਦਾ ਹੈ। ਕਤ ਹੈ ਗਇਓ ਉਹ ਕਤ ਤੇ ਆਇਓ। ਉਹ ਸੰਸਾਰ ਦਾ ਰੂਪ ਕਿੱਥੋਂ ਤੋਂ ਆਇਆ ਤੇ ਕਿੱਥੇ ਚਲਿਆ ਜਾਵੇਗਾ। ਰਹਾਉ ਇੱਥੇ ਵਿਸ਼ਰਾਮ ਦਿੰਦੇ ਹਨ। ਅੱਗੇ ਸਤਿਗੁਰੂ ਜੀ ਪਹਿਲੇ ਪ੍ਰਸ਼ਨ ਦਾ, ਪਹਿਲਾਂ ਦੂਜੇ ਪ੍ਰਸ਼ਨ ਦਾ ਉੱਤਰ ਦਿੱਤਾ, ਹੁਣ ਪਹਿਲੇ ਪ੍ਰਸ਼ਨ ਕਮਨ ਰੂਪ ਦ੍ਰਿਸ਼ਟੀ ਦਾ ਉੱਤਰ ਸੰਸਾਰ ਨੂੰ ਵਿਵਰਤਵਾਦ ਰੂਪ ਕਥਨ ਕਰਕੇ ਦੱਸਦੇ ਹਨ। ਜਲ ਤੇ ਉਠਾ ਅਨਕ ਤਰੰਗਾ। ਇਹ ਜੋਗੀ ਜਿਵੇਂ ਜਲ ਤੋਂ ਬੇਅੰਤ ਪ੍ਰਕਾਰ ਦੀਆਂ ਲਹਿਰਾਂ ਉੱਠਦੀਆਂ ਹਨ, ਪਰ ਫਿਰ ਉਸ ਪਾਣੀ ਦੇ ਵਿੱਚ ਹੀ ਸਮਾ ਜਾਂਦੀਆਂ ਨੇ। ਅਰਥਾਤ ਜੇਕਰ ਝੱਗ ਰੂਪ ਹੋ ਜਾਵੇ ਤਾਂ ਵੀ ਪਾਣੀ ਹੋਈ ਹੈ, ਬੁਲਬੁਲੇ ਰੂਪ ਦੇ ਵਿੱਚ ਵੀ ਪਾਣੀ, ਲਹਿਰ ਰੂਪ ਦੇ ਵਿੱਚ ਵੀ ਪਾਣੀ, ਤੇ ਟਿਕਿਆ ਹੋਵੇ ਤਾਂ ਵੀ ਪਾਣੀ ਹੋਈ ਹੈ। ਇਸੇ ਪ੍ਰਕਾਰ ਬ੍ਰਹਮ ਜਲ ਤੋਂ ਅਨੇਕਾਂ ਜੀਵ ਰੂਪ ਲਹਿਰਾਂ ਉੱਠਦੀਆਂ ਨੇ, ਪਰ ਉਹ ਸਭ ਅੰਦਰੋਂ ਬ੍ਰਹਮ ਰੂਪ ਪਾਣੀ 'ਚ ਹੀ ਸਮਾ ਜਾਂਦੀਆਂ ਨੇ। ਜਾਂ ਜੇਕਰ ਬ੍ਰਹਮ ਰੂਪ ਜਲ ਤਰੰਗ ਦੀ ਨਿਆਈ ਈਸ਼ਵਰ ਰੂਪ, ਬੁਲਬੁਲੇ ਦੀ ਨਿਆਈ ਜੀਵ ਰੂਪ, ਝੱਗ ਦੀ ਨਿਆਈ ਸਰੀਰ ਰੂਪ, ਤੇ ਸਦਾ ਸਥਿਤ ਹੋਣ ਕਰਕੇ ਵੀ ਬ੍ਰਹਮ ਰੂਪ ਜਲ ਆਪ ਹੀ ਹੈ। ਕਾਨਕ ਭੂਖਨ ਕਿੰਨੇ ਬਹੁ ਰੰਗਾ। ਇਹ ਜੋਗੀ ਜਿਵੇਂ ਸੁਨਿਆਰ ਨੇ ਸੋਨੇ ਦੇ ਬਹੁਤ ਰੰਗਾਂ ਦੇ ਗਹਿਣੇ ਬਣਾਉਣਾ ਕੀਤੇ ਹੋਣ, ਤਾਂ ਵੀ ਅਸਲ ਦੇ ਵਿੱਚ ਸੋਨਾ ਰੂਪ ਹੀ ਹੁੰਦੇ ਨੇ। ਇੰਜ ਇਹ ਸਾਰਾ ਸੰਸਾਰ ਬ੍ਰਹਮ ਰੂਪ ਹੀ ਹੈ। ਅੱਗੇ ਸਤਿਗੁਰੂ ਜੀ ਹੋਰ ਦ੍ਰਿਸ਼ਟਾਂਤ ਦਿੰਦੇ ਨੇ। ਬੀਜ ਬੀਜਾ ਦੇਖਿਓ ਬਹੁ ਪ੍ਰਕਾਰਾ। ਸਾਧ ਸੰਗਤ ਜੀਓ, ਇੱਕ ਵਿਵਰਤਵਾਦ ਹੁੰਦਾ ਹੈ, ਇੱਕ ਪਰਿਣਮਵਾਦ ਹੁੰਦਾ ਹੈ। ਵਿਵਰਤਵਾਦ ਉਹਨੂੰ ਕਹਿੰਦੇ ਨੇ ਜੋ ਦੂਸਰੇ ਰੂਪ ਦੇ ਵਿੱਚ ਤਬਦੀਲ ਹੋ ਕੇ ਵੀ ਪਹਿਲੇ ਰੂਪ ਦੇ ਵਿੱਚ ਜਿਉਂ ਦਾ ਤਿਉਂ ਬਣਿਆ ਰਹੇ।
ਜਿਵੇਂ ਗਹਿਣੇ ਬਣ ਕੇ ਵੀ ਸੋਨਾ ਜਿਉਂਦਾ ਤਿਉਂ ਰਹਿੰਦਾ, ਫਿਰ ਲਹਿਰਾਂ ਝੱਗ ਬੁਲਬੁਲੇ ਆਦਿਕ ਬਣ ਕੇ ਵੀ ਪਾਣੀ ਜਿਉਂਦਾ ਤਿਉਂ ਹੀ ਰਹਿੰਦਾ। ਭਾਵ ਜੋ ਦੂਜੇ ਰੂਪ ਦੇ ਵਿੱਚ ਵਰਤ ਕੇ ਆਪਣੀ ਹੋਂਦ ਬਰਕਰਾਰ ਰੱਖੇ ਉਹਨੂੰ ਬਿਵਰਤਵਾਦ ਕਹਿੰਦੇ ਨੇ। ਦੂਜਾ ਪ੍ਰਣਵਾਦ ਹੈ, ਜੋ ਦੂਸਰੇ ਰੂਪ ਦੇ ਵਿੱਚ ਬਦਲ ਕੇ ਆਪਣੇ ਪਹਿਲੇ ਰੂਪ ਦੇ ਵਿੱਚ ਨਾ ਆ ਸਕੇ। ਜਿਵੇਂ ਦੁੱਧ ਤੋਂ ਦਹੀਂ ਤਾਂ ਬਣ ਜਾਂਦਾ, ਪਰ ਦਹੀਂ ਤੋਂ ਮੁੜ ਕੇ ਦੁੱਧ ਬਣਾ ਕੇ ਕੋਈ ਦਿਖਾਏ ਮਾਈ ਦਾ ਲਾਲ, ਨਹੀਂ ਬਣ ਸਕਦਾ। ਦਹੀਂ ਤੋਂ ਲੱਸੀ ਤਾਂ ਬਣ ਜਾਊਗੀ, ਮੱਖਣ ਨਿਕਲ ਆਊਗਾ, ਗਰਮ ਕਰਕੇ ਘਿਓ ਤੁਸੀਂ ਕੱਢ ਸਕਦੇ ਹੋ, ਪਰ ਮੁੜ ਕੇ ਦਹੀਂ ਜਿਹੜਾ ਹੈ ਉਹ ਦੁੱਧ ਨਹੀਂ ਬਣ ਸਕਦਾ, ਅਤੇ ਨਾ ਹੀ ਦਹੀਂ ਮੁੜ ਕੇ ਦਹੀਂ ਬਣ ਸਕਦਾ। ਇੰਝ ਸੰਸਾਰ ਵਿੱਚ ਮਾਇਆ ਦਾ ਪ੍ਰਣਵਾਦ ਹੈ ਅਤੇ ਬ੍ਰਹਮ ਦਾ ਵਿਵਰਤਵਾਦ ਹੈ। ਮਾਇਆ ਤਾਂ ਪਲਟਾ ਖਾ ਜਾਂਦੀ ਹੈ, ਆਪਣਾ ਰੂਪ ਚੇਂਜ ਕਰ ਲੈਂਦੀ ਹੈ, ਮੁੜ ਕੇ ਪਤਾ ਨਹੀਂ ਚੱਲਦਾ ਕਿ ਕੌਣ ਕੀ ਹੈ। ਪਰ ਜਿਹੜਾ ਬ੍ਰਹਮ ਹੈ ਉਹਦਾ ਵਿਵਰਤਵਾਦ ਹੈ, ਉਹ ਨਹੀਂ ਬਦਲਦਾ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ, ਆਤਮ ਪ੍ਰਸਾਰਾ ਕਰਨ ਹਰ, ਪ੍ਰਭ ਬਿਨਾ ਨਹੀਂ ਜਾਣੀਐ। ਸੋ ਜਿਵੇਂ ਸੋਨੇ ਦੇ ਗਹਿਣੇ 'ਚ ਸੋਨਾ ਹੁੰਦਾ, ਪਾਣੀ ਦੀਆਂ ਤਰੰਗਾਂ ਬੁਲਬੁਲਿਆਂ 'ਚ ਪਾਣੀ ਹੁੰਦਾ, ਇੰਝ ਸਭ ਜੀਵਾਂ ਦੇ ਵਿੱਚ ਉਹ ਅਕਾਲ ਪੁਰਖ ਪ੍ਰਭੂ ਪਰਮਾਤਮਾ ਹੈ। ਬੀਜਾ ਬੀਜਾ ਦੇਖਿਓ ਬਹੁ ਪ੍ਰਕਾਰਾ, ਜਿਵੇਂ ਧਰਤੀ ਵਿੱਚ ਬੀਜਿਆ ਹੋਇਆ ਅੰਕੁਰ, ਪੱਤੇ ਟਾਹਣੀਆਂ, ਫੁੱਲ ਫਲ ਆਦਿਕ ਪੌਦੇ ਰੂਪ ਦੇ ਵਿੱਚ ਬਹੁਤ ਤਰ੍ਹਾਂ ਦਾ ਦਿਖਦਾ ਹੈ। ਫਲ ਪਾਕੇ ਤੇ ਏਕੰਕਾਰਾ, ਪਰੰਤੂ ਫਲ ਪੱਕਣ ਤੋਂ ਉਹਦੇ ਵਿੱਚ ਇੱਕੋ ਇੱਕ ਬੀਜ ਦਾ ਆਕਾਰ ਹੀ ਰਹਿ ਜਾਂਦਾ। ਜਿਹੜਾ ਬੀਜ ਬੀਜਿਆ ਹੁੰਦਾ ਉਹ ਮੁੜ ਕੇ ਬੀਜ ਹੀ ਮਿਲਦਾ ਹੈ। ਇੰਝ ਜਦ ਮਾਇਆ ਸਬਲ ਬ੍ਰਹਮ ਨੇ ਏਕੰ ਬਹੁ ਸਿਆਮਾ ਪ੍ਰਜਾ ਜਾਈ ਤੇ ਰੂ ਬੀਜ ਨੂੰ ਬੀਜਿਆ, ਤਦ ਬਹੁਤ ਪ੍ਰਕਾਰ ਦੇ ਸੰਸਾਰ ਨੂੰ ਦੇਖਿਆ। ਜਾਂ ਬ੍ਰਹਮ ਬੀਜਵਤ ਹਿਰਨ ਗਰਭ ਅੰਕੁਰ, ਬ੍ਰਹਮਾ ਪਤੇ ਵਿਸ਼ਨੂੰ ਟਾਹਣੀਆਂ, ਸ਼ਿਵ ਜੀ ਫੁੱਲ ਅਤੇ ਬ੍ਰਹਮ ਗਿਆਨੀ ਫਲ ਦੀ ਨਿਆਈ ਹਨ। ਇੰਝ ਅਨੇਕ ਪ੍ਰਕਾਰ ਦੇ ਰੂਪ ਧਾਰੇ ਹੋਏ ਨੇ। ਫਿਰ ਜਦ ਫਲ ਪੱਕ ਗਿਆ, ਭਾਵ ਜੀਵ ਦੇ ਕਰਮਾਂ ਦਾ ਫਲ ਦੇਣ ਵਾਲਾ ਸੰਕਲਪ ਨਿਵਰਤ ਹੋ ਗਿਆ, ਤਦੋਂ ਸਾਰੀ ਸ੍ਰਿਸ਼ਟੀ ਉਹਦੇ ਵਿੱਚ ਲੈ ਹੋ ਜਾਂਦੀ ਹੈ ਅਤੇ ਕੇਵਲ ਇੱਕੋ ਇੱਕ ਬੀਜ ਰੂਪ ਬ੍ਰਹਮ ਹੀ ਰਹਿ ਜਾਂਦਾ ਹੈ। ਜਾਂ ਜੀਵਾਂ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਰੂਪ ਫਲ ਪੱਕੇ ਤੋਂ ਇੱਕ ਬ੍ਰਹਮ ਦਾ ਹੀ ਸਰੂਪ ਦਿਖਦਾ ਹੈ। ਅੱਗੇ ਹੁਣ ਤੀਜੇ ਪ੍ਰਸ਼ਨ ਦਾ ਉੱਤਰ ਦਿੰਦੇ ਨੇ। ਸੈਸ ਘਟਾ ਮਹਿ ਏਕ ਆਕਾਸ, ਜਿਵੇਂ ਹਜ਼ਾਰਾਂ ਪਾਣੀ ਦੇ ਭਰੇ ਘੜਿਆਂ ਦੇ ਵਿੱਚ ਇੱਕ ਆਕਾਸ਼ ਦਾ ਹੀ ਪ੍ਰਤੀਬਿੰਬ ਵੱਖ ਵੱਖ ਰੂਪ ਹੋ ਕੇ ਦਿਖਦਾ ਹੈ, ਪਰੰਤੂ ਘਟ ਫੂਟੇ ਤੇ ਉਹੀ ਪਰਗਾਸ, ਘੜਿਆਂ ਦੇ ਟੁੱਟ ਜਾਣ ਤੋਂ ਉਹੀ ਇੱਕ ਆਕਾਸ਼ ਦਾ ਹੀ ਪ੍ਰਕਾਸ਼ ਰਹਿ ਜਾਂਦਾ ਹੈ। ਇਸੇ ਪ੍ਰਕਾਰ ਸੈਸ ਘਟਾ ਮਹਿ ਏਕ ਆਕਾਸ, ਹਜ਼ਾਰਾਂ ਘੜਿਆਂ ਦੀ ਤਰ੍ਹਾਂ ਸਥੂਲ ਸਰੀਰਾਂ ਰੂਪ ਘੜਿਆਂ ਦੇ ਵਿੱਚ ਇੱਕ ਆਕਾਸ਼ ਦੀ ਤਰ੍ਹਾਂ ਸਾਖੀ ਚੇਤਨ ਰੂਪ ਬ੍ਰਹਮ ਦਾ ਪ੍ਰਤੀਬਿੰਬ ਪੈ ਰਿਹਾ ਹੈ। ਭਾਵ ਆਕਾਸ਼ ਦੀ ਤਰ੍ਹਾਂ ਇੱਕ ਚੇਤਨ ਬ੍ਰਹਮ ਹੀ ਵਿਆਪਕ ਹੈ। ਘਟ ਫੂਟੇ ਤੇ ਉਹੀ ਪਰਗਾਸ, ਪਰ ਇਹਨਾਂ ਸਰੀਰਾਂ ਰੂਪ ਘੜਿਆਂ ਦੇ ਟੁੱਟ ਭਾਵ ਨਾਸ਼ ਹੋ ਜਾਣ ਤੋਂ ਕੇਵਲ ਇੱਕ ਚੇਤਨ ਬ੍ਰਹਮ ਦਾ ਹੀ ਪ੍ਰਕਾਸ਼ ਰਹਿ ਜਾਂਦਾ ਹੈ। ਜਾਂ ਗਿਆਨ ਦੁਆਰਾ ਅੰਤःਕਰ ਨਾਸ਼ ਹੋਣ ਤੋਂ ਇੱਕ ਉਹੀ ਪ੍ਰਕਾਸ਼ ਰੂਪ ਚੇਤਨ ਰਹਿ ਜਾਂਦਾ ਹੈ, ਕਿਉਂਕਿ ਉਸ ਚੇਤਨ ਦਾ ਨਾਸ਼ ਨਹੀਂ ਹੁੰਦਾ। ਪਰਮ ਲੋਭ ਮੋਹ ਮਾਇਆ ਬੇਕ ਵਿਕਾਰ, ਫਿਰ ਜੋਗੀ ਇਸ ਵਿਕਾਰ ਰੂਪ ਮਾਇਆ ਦੇ ਵਿੱਚ ਜੀਵ ਦੇ ਲੱਗਣੇ ਕਰਕੇ ਭਰਮ ਪੈ ਰਿਹਾ ਹੈ, ਜਿਸ ਕਰਕੇ ਜੀਵ ਸਰੀਰਾਂ ਦੇ ਮੋਹ, ਪਦਾਰਥਾਂ ਦੇ ਖਾਣ ਤੇ ਜੋੜਨ ਦੇ ਲਾਲਚ ਵਿੱਚ ਫਸ ਗਿਆ ਹੈ। ਇਸ ਲਈ ਸੰਸਾਰ ਨਾਸ਼ ਪ੍ਰਤੀਤ ਹੁੰਦਾ ਹੈ। ਭ੍ਰਮ ਛੂਟੇ ਤੇ ਏਕੰਕਾਰ, ਪਰ ਗੁਰਾਂ ਦੀ ਕਿਰਪਾ ਦੁਆਰਾ ਹਿਰਦੇ ਵਿੱਚੋਂ ਭਰਮ ਦੇ ਛੁੱਟ ਜਾਣ, ਭਾਵ ਨਿਵਰਤ ਹੋਣ ਤੋਂ ਹੀ
ਇਹ ਜੀਵ ਸੰਸਾਰ ਨੂੰ ਪਰਮੇਸ਼ਰ ਨੂੰ ਨਿਸ਼ਚੈ ਕਰਦਾ, ਭਾਵ ਉਸ ਨੂੰ ਹੋਰ ਕੋਈ ਆਕਾਰ ਨਹੀਂ ਭਾਸਦਾ ਹੈ। ਬਿਨਸਾਇਓ ਅੱਗੇ ਦੂਜੇ ਪ੍ਰਸ਼ਨ ਦਾ ਉੱਤਰ ਦਿੰਦੇ ਨੇ, ਇਹ ਸੰਸਾਰ ਅਗਿਆਨ ਕਰਕੇ ਆਇਆ ਹੋਇਆ ਪ੍ਰਤੀਤ ਹੁੰਦਾ ਹੈ ਅਤੇ ਗਿਆਨ ਕਰਕੇ ਨਾਸ਼ ਹੋ ਜਾਂਦਾ ਹੈ। ਪਰ ਓਹ ਅਬਨਾਸੀ ਬਿਨ ਸਤ ਨਾਹੀ, ਉਹ ਨਾਸ਼ ਤੋਂ ਰਹਿਤ ਪਰਮੇਸ਼ਰ ਕਦੇ ਵੀ ਕਾਲ ਆਦਿਕ ਦੇ ਪਖਣ ਕਰਕੇ ਨਾਸ਼ ਨਹੀਂ ਹੁੰਦਾ। ਨਾ ਕੋ ਆਵੈ ਨਾ ਕੋ ਜਾਹੀ, ਅਤੇ ਨਾ ਹੀ ਕੋਈ ਜਨਮ ਧਾਰ ਕੇ ਆਉਂਦਾ ਤੇ ਨਾ ਹੀ ਉਹ ਕੋਈ ਕਾਰਨ ਕਰਕੇ ਮਰ ਕੇ ਹੀ ਜਾਂਦਾ ਹੈ। ਇੰਜ ਜੋਗੀ ਨੇ ਆਪਣੇ ਵੱਲੋਂ ਕੀਤੇ ਪ੍ਰਸ਼ਨਾਂ ਦਾ ਉੱਤਰ ਸੁਣ ਕੇ ਸਤਿਗੁਰਾਂ ਦੇ ਚਰਨ ਪਕੜ ਲਏ। ਤਦੋਂ ਗੁਰੂ ਜੀ ਨੇ ਕਿਹਾ ਕਿ ਹੇ ਜੋਗੀਏ, ਜੇਕਰ ਤੂੰ ਇਸ ਜਗਤ ਤਮਾਸ਼ੇ ਨੂੰ ਵੇਖਣ ਲਈ ਸਰੀਰ ਨੂੰ ਰੱਖਣਾ ਚਾਹੁੰਦਾ ਹੈ ਤਾਂ ਅਸੀਂ ਤੇਰੀ ਉਮਰ ਜ਼ਿੰਦਗੀ ਹੋਰ ਲੰਬੀ ਕਰ ਦਿੰਦੇ ਹਾਂ। ਤਾਂ ਜੋਗੀ ਨੇ ਕਿਹਾ, ਹੇ ਸਤਿਗੁਰੂ ਜੀ, ਜਿਸ ਕਾਰਜ ਲਈ ਮੈਂ ਸਰੀਰ ਨੂੰ ਰੱਖਿਆ ਸੀ ਉਹ ਕਾਰਜ ਤੁਸੀਂ ਪੂਰਾ ਕਰ ਦੇਵੋ। ਤਦੋਂ ਅੰਤਰਜਾਮੀ ਗੁਰਾਂ ਨੇ ਉਸ ਵੱਲ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਬ੍ਰਹਮ ਗਿਆਨ ਦੀ ਦਾਤ ਉਹਨੂੰ ਬਖਸ਼ ਦਿੱਤੀ। ਜਦ ਜੋਗੀ ਨੂੰ ਇਹ ਦਾਤ ਪ੍ਰਾਪਤ ਹੋਈ ਤਾਂ ਜੋਗੀ ਨੇ ਕੋਲ ਖੜੀ ਸੰਗਤ ਨੂੰ ਨਿਮਰਤਾ ਸਹਿਤ ਇਹ ਬਚਨ ਗਏ। ਉਹਨਾਂ ਬਚਨਾਂ ਨੂੰ ਸਤਿਗੁਰੂ ਜੀ ਬਾਣੀ ਦੁਆਰਾ ਅਗਲੀਆਂ ਪੰਗਤੀਆਂ 'ਚ ਜ਼ਿਕਰ ਕਰਦੇ ਹਨ, ਅੰਕਿਤ ਕਰਦੇ ਨੇ। ਗੁਰ ਪੂਰੈ ਹਉਮੈ ਮਲ ਧੋਈ, ਇਹ ਭਾਈ ਪੂਰੇ ਗੁਰੂ ਸਾਹਿਬ ਜੀ ਦੀ ਉਪਦੇਸ਼ ਰੂਪ ਬਾਣੀ ਨੇ ਮੇਰੀ ਹੰਗਤਾ ਮਮਤਾ ਦੀ ਮੈਲ ਧੋ ਦਿੱਤੀ ਹੈ। ਕਹੋ ਨਾਨਕ ਮੇਰੀ ਪਰਮ ਗਤ ਹੋਈ, ਸਤਿਗੁਰੂ ਜੀ ਕਥਨ ਕਰਦੇ ਕਿ ਹੁਣ ਮੇਰੀ ਵੱਡੀ ਕਲਿਆਣ ਹੋ ਗਈ ਹੈ, ਭਾਵ ਮੈਨੂੰ ਕੇਵਲ ਮੁਖ ਦੀ ਪ੍ਰਾਪਤੀ ਹੋ ਗਈ ਹੈ। ਇਉਂ ਜੋਗੀ ਆਪਣਾ ਪੰਜ ਭੌਤਿਕ ਸਰੀਰ ਸਤਿਗੁਰਾਂ ਦੇ ਚਰਨਾਂ ਵਿੱਚ ਤਿਆਗ ਕੇ ਤੇ ਬ੍ਰਹਮ ਦੇ ਵਿੱਚ ਲੀਨ ਹੋ ਗਿਆ ਸੀ। ਇਉਂ ਗੁਰਦੁਆਰਾ ਸੰਤੋਖਸਰ ਜਿਹੜਾ ਅੰਮ੍ਰਿਤਸਰ ਸਾਹਿਬ ਕੋਤਵਾਲੀ ਦੇ ਬਿਲਕੁਲ ਸਾਹਮਣੇ ਸੁਸ਼ੋਭਿਤ ਹੈ, ਉਹਦੇ ਸਰੋਵਰ ਦੀ ਅੰਮ੍ਰਿਤਸਰ ਸਰੋਵਰ ਦੇ ਤੋਂ ਵੀ ਪਹਿਲਾਂ ਕਾਰ ਸੇਵਾ ਹੋਈ ਹੈ। ਇਹ ਸੰਤੋਖਸਰ ਦੀ ਸੇਵਾ ਕਰਦਿਆਂ ਹੀ ਬੀਬੀ ਰਜਨੀ ਵਾਲੀ ਸਾਖੀ ਹੋਈ ਹੈ। ਜਿਹੜਾ ਆਪਣਾ ਝਗੜਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਲੈ ਕੇ ਆਈ ਕਿ ਮਹਾਰਾਜ ਇਹ ਮੇਰਾ ਪਤੀ ਨਹੀਂ ਹੈ, ਇਹਨੇ ਮੇਰੇ ਕੋਹੜੀ ਪਤੀ ਨੂੰ ਮਾਰ ਦਿੱਤਾ, ਮੇਰਾ ਪਤੀ ਕੋਹੜੀ ਸੀਗਾ, ਇਹ ਤੰਦਰੁਸਤ ਨੌਜਵਾਨ ਮੇਰੇ ਤੇ ਬੁਰੀ ਨਿਗਾਹ ਕਰਕੇ ਹੀ ਐਸਾ ਕੁਝ ਝੂਠ ਬੋਲ ਰਿਹਾ ਹੈ। ਤਾਂ ਮਹਾਰਾਜ ਕਹਿੰਦੇ, ਹੇ ਬੀਬੀ, ਇਹੀ ਤੇਰਾ ਪਤੀ ਹੈ, ਚੱਲ ਤੇਰੇ ਯਕੀਨ ਲਈ ਅਸੀਂ ਆਪ ਦੇ ਤੇ ਤੇਰੇ ਸਾਹਮਣੇ ਇਹਦੀ ਚੀਚੀ ਉਂਗਲ ਜਲ ਵਿੱਚ ਪਾਉਂਦੇ ਹਾਂ। ਜਦ ਮਹਾਰਾਜ ਜੀ ਨੇ ਉਹਨੂੰ ਚੀਚੀ ਉਂਗਲ ਬਾਹਰ ਰਹਿਣ ਤੋਂ ਜਿਹਦੇ ਕੋਲ ਰਹਿ ਗਿਆ ਸੀ ਆਪ ਦੇ ਸਾਹਮਣੇ ਸਰੋਵਰ 'ਚ ਪਵਾਈ ਤਾਂ ਝਟਪਟ ਜ਼ਖਮ ਰਾਜੀ ਹੋ ਕੇ ਉਹਦੇ 'ਤੇ ਛਿੱਕੜ ਆ ਗਿਆ। ਛਿੱਕੜ ਲੈ ਕੇ ਬਿਲਕੁਲ ਤੰਦਰੁਸਤ ਹੋ ਗਿਆ। ਇਹ ਬੀਬੀ ਰਜਨੀ ਵਾਲੀ ਸਾਖੀ ਤੋਂ ਬਾਅਦ ਫਿਰ ਅੰਮ੍ਰਿਤ ਸਰੋਵਰ ਦੀ ਸੇਵਾ ਸ਼ੁਰੂ ਹੋਈ ਹੈ। ਪੰਜਾਂ ਸਰੋਵਰਾਂ ਦੇ ਵਿੱਚੋਂ ਜਿਹੜੇ ਅੰਮ੍ਰਿਤਸਰ ਦੇ ਵਿੱਚ 5 ਸਰੋਵਰ ਨੇ, ਸਭ ਤੋਂ ਪਹਿਲੇ ਨੰਬਰ 'ਤੇ ਸੰਤੋਖਸਰ ਦੀ ਸੇਵਾ ਹੋਈ ਹੈ, ਜਿਹਦੇ ਵਿੱਚੋਂ ਇਹ ਜੋਗੀ ਨਿਕਲਿਆ ਤੇ ਜੋਗੀ ਨੂੰ ਆਹ ਉਪਦੇਸ਼ ਜੋ ਆਪ ਨੇ ਸਰਵਣ ਕੀਤਾ ਹੈ, ਬਾਜੀਗਰ ਜੈਸੇ ਬਾਜੀ ਪਾਈ, ਨੰਨਾ ਰੂਪ ਏਕ ਦਿਖਲਾਈ, ਸਾਂਗ ਉਤਾਰ ਥੰਮਿਓ ਪਸਾਰਾ ਤਬ ਏਕੋ ਏਕੰਕਾਰਾ। ਤੋ ਇਹ ਉਪਦੇਸ਼ ਬਖਸ਼ ਕੇ ਉਹਨੂੰ ਨੇ ਹਾਲ ਕੀਤਾ। ਉਹ ਫਿਰ ਬੇਨਤੀ ਕਰਕੇ ਕਿ ਮੇਰਾ ਤਾਂ ਕੰਮ ਪੂਰਾ ਹੋ ਗਿਆ ਜੀ। ਜਦ ਗੁਰਾਂ ਨੇ ਬ੍ਰਹਮ ਗਿਆਨ ਬਖਸ਼ਿਆ ਉਦੋਂ ਸਰੀਰ ਛੱਡ ਗਿਆ ਸੀਗਾ। ਉਹ ਸੰਤੋਖਸਰ ਗੁਰਦੁਆਰਾ ਸਾਹਿਬ ਯਾਦ ਦੇ ਵਿੱਚ ਬਣਿਆ ਹੋਇਆ ਹੈ। ਸੋਹੀ ਮਹੱਲਾ ਪੰਜਵਾ। ਗੁਰਸਿੱਖਾਂ ਨੇ ਸਤਿਗੁਰੂ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਆਪਣੇ ਚਿੱਤ ਨੂੰ ਪਰਮੇਸ਼ਰ ਵਿੱਚ ਕਿਵੇਂ ਜੋੜੀਏ। ਤਾਂ ਉੱਤਰ ਵਿੱਚ ਸਤਿਗੁਰਾਂ ਨੇ ਪਾਵਨ ਸ਼ਬਦ ਉਚਾਰਨ ਕਰਕੇ ਕਿਹਾ ਕਿ ਇਉਂ ਪਰਮੇਸ਼ਰ ਅੱਗੇ ਬੇਨਤੀ ਕਰੋ,
ਭਾਵ ਉਸ ਦੀ ਭਗਤੀ ਕਰੋ ਤਾਂ ਉਸ ਵਿੱਚ ਚਿੱਤ ਜੁੜਦਾ ਹੈ। ਸੂਹੀ ਰਾਗ 'ਚ ਪੰਜਵੇਂ ਪਾਤਸ਼ਾਹ ਜੀ ਉਚਾਰਦੇ ਹਨ। ਕੀਤਾ ਲੋੜ ਹੈ ਸੋ ਪ੍ਰਭ ਹੋਏ। ਇਹ ਪਰਮੇਸ਼ਰ ਜੋ ਕੁਝ ਤੂੰ ਕਰਨਾ ਚਾਹੁੰਦਾ ਹੈ ਉਹੀ ਕੁਝ ਤਿੰਨਾਂ ਕਾਲਾਂ ਵਿੱਚ ਹੁੰਦਾ ਸੀ, ਹੁੰਦਾ ਹੈ, ਅੱਗੇ ਆਉਣ ਵਾਲੇ ਸਮੇਂ ਵਿੱਚ ਹੋਵੇਗਾ। ਤੁਝ ਬਿਨ ਦੂਜਾ ਨਹੀਂ ਕੋਈ। ਤੈਥੋਂ ਬਿਨਾ ਹੋਰ ਕੋਈ ਦੂਜਾ ਸਮਰੱਥ ਨਹੀਂ ਹੈ। ਜੋ ਜਨ ਸੇਵੇ ਤਿਸ ਪੂਰਨ ਕਾਜ। ਇਹ ਪਰਮੇਸ਼ਰ ਜਿਹੜਾ ਵੀ ਪੁਰਸ਼ ਪ੍ਰੇਮਾ ਭਗਤੀ ਦੁਆਰਾ ਤੈਨੂੰ ਸੇਵਨਾ ਕਰਦਾ ਤੂੰ ਉਸ ਦਾ ਵਿਵਹਾਰਕ ਪਰਮਾਰਥ ਆਦਿਕ ਸਭ ਕੰਮ ਪੂਰਾ ਕਰ ਦਿੰਦਾ ਹੈ। ਰਾਖੋ ਦਾਸ ਆਪਣੇ ਕੀ ਰਾਖੋ ਲਾਜ। ਇਸ ਲਈ ਆਪ ਦੇ ਦਾਸ ਦੀ ਭਾਵੇਂ ਮੇਰੀ ਵੀ ਲਾਜ ਰੱਖਣੀ ਕਰੋ ਜੀ। ਤੇਰੀ ਸਰਣ ਪੂਰਨ ਦਇਆਲਾ। ਇਹ ਸਭ ਥਾਈਂ ਵਿਆਪਕ ਤੇ ਦਇਆ ਦੇ ਘਰ ਪਰਮੇਸ਼ਰ ਮੈਂ ਤੇਰੀ ਓਟ ਵਿੱਚ ਆਇਆ ਹਾਂ। ਤੁਝ ਬਿਨ ਕਵਨ ਕਰੇ ਪ੍ਰਤਪਾਲਾ। ਤੈਥੋਂ ਬਿਨਾ ਸਾਡੀ ਕੌਣ ਪਾਲਣਾ ਕਰ ਸਕਦਾ ਹੈ। ਭਾਵ ਤੁਸੀਂ ਹੀ ਸਾਡੀ ਤਾਈਂ ਪਾਲਣ ਵਾਲੇ ਹੋ। ਰਹਾਉ ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਨੇ। ਜਲ ਥਲ ਮਹੀਲ ਰਹਿਆ ਭਰਪੂਰਾ। ਤੂੰ ਤਰਲ ਥਾਵਾਂ ਤੇ ਖੁਸ਼ਕ ਥਾਵਾਂ ਮਹੀ ਵਿੱਚ, ਮਹੀਲ ਪ੍ਰਿਥਵੀ ਤੇ ਆਕਾਸ਼ ਵਿੱਚ ਵਿਆਪਕ ਹੋ ਰਿਹਾ ਹੈ। ਨਿਕਟ ਵਸੈ ਨਾਹੀ ਪ੍ਰਭ ਦੂਰਾ। ਫਿਰ ਆਤਮ ਸਰੂਪ ਹੋਣ ਕਰਕੇ ਸਭਨਾਂ ਦੇ ਨੇੜੇ ਵਸਦਾ। ਇਹ ਪਰਮੇਸ਼ਰ ਤੂੰ ਕਿਸੇ ਤੋਂ ਵੀ ਦੂਰ ਨਹੀਂ ਹੈ। ਦੂਰ ਨਾਹੀ ਮੇਰੋ ਪ੍ਰਭ ਪਿਆਰ। ਲੋਕ ਪਤਿਆਰੈ ਕਛੂ ਨ ਪਾਈਐ। ਲੋਕਾਂ ਦੇ ਪਤਿਆਉਣ ਪਰਚਾਉਣ ਨਾਲ ਕੁਝ ਵੀ ਨਹੀਂ ਪਾਈਦਾ। ਭਾਵ ਦੁਨੀਆ ਦੇ ਲੋਕਾਂ ਦੀ ਦ੍ਰਿਸ਼ਟੀ ਵਿੱਚ ਨੇਕ ਬਣਨ ਨਾਲ ਆਤਮ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਛਾਚ ਲੱਗੈ ਤਾਂ ਹਉਮੈ ਜਾਈਐ। ਜੇਕਰ ਸੱਚੇ ਪਰਮੇਸ਼ਰ ਦੇ ਨਾਮ ਦੇ ਵਿੱਚ ਲੱਗ ਜਾਈਏ, ਭਾਵ ਨਾਮ ਸਿਮਰਨ ਕਰੀਏ, ਤਾਂ ਅੰਦਰੋਂ ਹੰਗਤਾ ਮਮਤਾ ਚਲੀ ਜਾਂਦੀ ਹੈ। ਜਿਸ ਨੂੰ ਲਾਏ ਲਾਏ ਸੋ ਲਾਗੈ। ਇਹ ਪਰਮੇਸ਼ਰ ਜਿਸ ਪੁਰਸ਼ ਨੂੰ ਤੂੰ ਆਪਣੇ ਨਾਮ ਸਿਮਰਨ ਚ ਲਾ ਲੈਂਦਾ ਉਹੀ ਤੇਰੇ ਨਾਮ ਸਿਮਰਨ ਵਿੱਚ ਲੱਗਦਾ ਹੈ। ਗਿਆਨ ਰਤਨ ਅੰਤਰ ਤਿਸ ਜਾਗੈ। ਗਿਆਨ ਰੂਪ ਰਤਨ ਉਸ ਪੁਰਸ਼ ਦੇ ਹਿਰਦੇ ਵਿੱਚ ਜਾਗਦਾ, ਭਾਵ ਪ੍ਰਕਾਸ਼ਦਾ ਹੈ। ਜਾਂ ਰਤਨਾਮ੍ਰਿਤ ਅਮੋਲ ਗਿਆਨ ਰੂਪ ਦੀਵਾ ਉਸ ਦੇ ਹਿਰਦੇ ਵਿੱਚ ਪ੍ਰਕਾਸ਼ਦਾ ਹੈ। ਦੁਰਮਤ ਜਾਏ ਪਰਮ ਪਦ ਪਾਏ। ਉਸ ਪੁਰਸ਼ ਦੀ ਖੋਟੀ ਮਤ ਚਲੀ ਜਾਂਦੀ ਹੈ ਅਤੇ ਉਹੀ ਵੱਡੀ ਪਦਵੀ ਭਾਵ ਕੇਵਲ ਮੋਖ ਨੂੰ ਪਾਉਂਦਾ ਹੈ। ਗੁਰ ਪ੍ਰਸਾਦੀ ਨਾਮ ਧਿਆਏ। ਜੋ ਗੁਰਾਂ ਦੀ ਕਿਰਪਾ ਦੁਆਰਾ ਤੇਰੇ ਨਾਮ ਨੂੰ ਧਿਆਉਂਦਾ ਹੈ। ਤੋਏ ਦੋਏ ਕਰ ਜੋੜ ਕਰੋ ਅਰਦਾਸ। ਇਹ ਪਰਮੇਸ਼ਰ ਮੈਂ ਆਪਣੇ ਪ੍ਰਤੱਖ ਜਾਂ ਮਨ ਬੁੱਧ ਰੂਪ ਦੋਵੇਂ ਹੱਥ ਜੋੜ ਕੇ ਤੇਰੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ। ਤੁਧ ਭਾਵੈ ਤਾਂ ਆਣ ਰਾਸ। ਜੇਕਰ ਤੈਨੂੰ ਭਾ ਜਾਵੇ, ਸਾਡੀ ਅਰਦਾਸ ਚੰਗੀ ਲੱਗੇ ਤਾਂ ਸਾਡੀ ਅਰਦਾਸ ਨੂੰ ਤੂੰ ਦੁਰਸਤ ਲਿਆਉਂਦਾ, ਭਾਵ ਸਫਲ ਕਰਦਾ, ਜਾਂ ਤਾਂ ਸਚਾਈ ਦੇ ਵਿੱਚ ਲਿਆਉਂਦਾ ਹੈ। ਕਰ ਕਿਰਪਾ ਆਪਣੀ ਭਗਤੀ ਲਾਏ। ਇਹ ਪਰਮੇਸ਼ਰ ਕਰ ਕਿਰਪਾ, ਸਾਡੇ ਤੇ ਕਿਰਪਾ ਕਰ, ਸਾਨੂੰ ਆਪ ਦੀ ਪ੍ਰਾਪਤੀ ਕਰਾਉਣ ਵਾਲੀ ਪ੍ਰੇਮਾ ਭਗਤੀ ਵਿੱਚ ਲਾਉਣਾ ਕਰ। ਕਿਉਂਕਿ ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਤੋਂ ਬਗੈਰ ਭਗਤੀ ਨਹੀਂ ਮਿਲਦੀ ਤੇ ਭਗਤੀ ਤੋਂ ਬਗੈਰ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਵੇਖਣ ਨੂੰ ਤਾਂ ਐਂ ਹੀ ਜਾਪਦਾ ਵੀ ਇਹ ਕੰਮ ਸੌਖਾ ਹੀ ਹੈ, ਵੀ ਬਸ ਮਾੜਾ ਕਮਾਈ ਜਾਓ, ਤੇ ਪਰ ਜਿਹੜਾ ਚੌਂਕੜਾ ਮਾਰ ਕੇ ਬੈਠ ਕੇ ਭਜਨ ਕਰਨਾ ਹੈ
जद इंसान करता है उदों पता चलता कि किस पा वेखदी है। आम संसारी कहावत है कि कई बगाने हथ हौली लगती है, जद आप चलाइए तो पता लगता भी किस पा वेखदी है। दिल का रुख भरिया जाता, दिल घटी जाता, बड़ा औखा है। तो जिहड़ी भगती करनी है सब तो ज़्यादा, जे दुनिया में मैनू पूछे कोई सवाल करे भी सब तो औखा काम किहड़ा दुनिया दे विच, तो मैं उहदा उत्तर ये देऊँगा कि जो पाठी सिंह गुरु महाराज की पावन हजूरी विच ਐਨ पूरी एक्टिविटी नाल चौंकड़ा मार के सीधी धौन, रीढ़ की हड्डी बिल्कुल सीधी, सावधान। अजकल तो 4 सवेरे कैमरे, संगतां भी इन्नियां सियाणियां हो गईयां, सब वाच करते हैं। पब्लिक दे विच संगत दे विच बैठ के परफॉर्मेंस देनी, सो गुरबाणी का पाठ सरवण कराउणा दुनिया में सब तो कठिन काम है। अखंड पाठ साहिब दे नालों श्री सहज पाठ होर भी कठिन है, क्योंकि कल्ले दी जिम्मेवारी हो जाती है। अखंड पाठ च तां 6 सिंह वंड के आपदा भार चुकते ने, ते पर सहज पाठ तां कल्ले बंदे की जिम्मेवारी हो जाती है। फिर संगतां सो इन्नियां सियाणियां ने भी वो टाइम 1 हफ्ते का दिंदियां ने भी बाबा जी कंडीशनां बहुत सख्त हैं संगतां दियां, भी पाठ भी साडे घर करो, गुरुद्वारे नहीं, घर साडे करो, ते करो भी उच्ची बोल के सुना के, ते असीं बैठना भी नहीं है तुहाडे सामने। जे कोई बंदा पुछण वाला होवे, मैनूं माफ़ करना, कल्ला बंदा उन्होंने बिठा दिओ जिहड़ा कहंदा भी तू उच्ची बोली जा, ते असीं सामने नहीं बहना, आपां काम करना रसोई च, ते सानू रसोई च आवाज़ आउणी चाहीदी है। जां आपां तां निआणिआं नूं वरचाउणा है, निआणिआं वाले कमरे च साडी आवाज़ आउणी चाहीदी है, बहना भी नहीं सामने। किसी भी बंदे नूं तुसीं बंद कमरे च बिठा दिओ या आप खुद बैठ के वेखो ते कहो भी उच्ची बोली जा, तुसीं दसो इहदा उत्तर दिओ भी कल्ला बंदा किन्ना कुछ चिर उच्ची बोल सकदा, उहनूं दिखदा ही नहीं कुछ। जद सामने कोई नहीं है तो किन्ना कुछ चिर बंदा उच्ची बोल सकता है। वेखण वाला भी आखू भी कमला है, सुनदा कोई है नहीं, बोली उच्ची जा रहा है। भावें कि पाठी सिंह नूं गुरु साहब वालों ये हिदायत है कि गुरु ग्रंथ साहब की हजूरी विच 10 पातशाहियां शहीद सिंह हाजिर हुंदे ने। मैनूं माफ़ करना, गुरबाणी पाठ दर्पण महापुरखा ने पोथी लिखी है, ਉਹਦੇ ਵਿੱਚ ਇਹ ਲਿਖਿਆ है भी जद भी पाठी सिंह महाराज की हजूरी च पाठ करता है तो उदों ये भावना करे कि 10 पातशाहियां ते शहीद सिंह सुन रहे ने, पर हुण मैनूं तां दिखदे नहीं। मैनूं माफ़ करना, मैं गलत नहीं बोलदा, जिन्हों दिखदे ही नहीं है ਉਹਦਾ दिल किवें लगेगा दसो। हुण ब्रह्म ज्ञानी तां बन नहीं सकदे, ये तो ब्रह्म ज्ञानी की भावना है। जिहड़ा आम इंसान है वो बहुता नहीं बोल सकता कल्ला, वो हौली हो जाएगा। फिर संगतां मैनूं बलेम आउंदा है, दोष आउंदा है भी तुहाडा सिंह उच्ची नहीं बोलदा जी। ते जे कोई पुछे भाई तुसीं सुनिया है, कहते सानू घर दे विच आवाज़ नहीं आई, ये बिल्कुल गलत बातां ने। तो इस वास्ते महाराज का वचन है, जे कोई खुद आप ही बोल के वेखे, बहुता लम्मा चौड़ा नहीं। गुरु साहब दे तां पवित्र 1430 अंगां दा श्री सहज पाठ है। ये 7 दिनां दे विच करना होवे ते 204 अंग बनदे ने।
204 रंग, तो 204 रंग कोई बोल के खुद आप करके वेखे। जिहड़ा बलेम करदा ये सवाल करदा है भी भोग भी 7 दिनां च पाउणा ते करे भी बंदा कल्ला ते करे भी सुना के ते असीं बैठना भी नहीं है। वो 204 रंग खुद आप करके वेखे भी किन्ने चिर च हुंदे ने बोल के, क्योंकि बंदा तो अक्सर बंदा ही है, भगवान नहीं बन सकता या संत या कोई महापुरखों वाली अवस्था नहीं है। इंसान तो आखिर इंसान है, वो भी जान है। सचखंड श्री हरमंदिर साहिब जी बोलन वाली ड्यूटी है रागी सिंघां दी, वो 1.25 घंटा पौना घंटा वध तो वध पाठी की 1.5 घंटा है। 2 बंदे 1.5 घंटा तो उन्हों की मर्जी है भी पौना घंटा ला के भावें 2 बार बैठ जान जे भावें इक्को बारी 1.5 घंटा, 1.5 घंटे तो वध नहीं है। तो श्री सहज पाठ 204 रंग तुसीं दसो भी 1.5 घंटे च कितना कुछ होगा। बोल के तो 30 अंग भी नहीं होने, या तो बंदा कहे भी सुना के करना है, भोग जो मर्जी पा दो। भोग की भी आपां कंडीशन कार्ड कूड छपा के लोगों को वंडे हुए ने। मैनू माफ़ करना, जब कोई चढ़ाई कर जाता है तो उस तो 10वें दिन भोग पैंदा है, तो आपां चंगी तरह तसल्ली दे नाल संस्कार आदਿਕ चौथे आदਿਕ की क्रिया निभा के ते फिर किते जाके श्री सहज पाठ प्रारंभ करते हैं। 1-2 दिन तो शरीर नूं साਂਭਣ ਦੇ ਵਿੱਚ ही खराब हो जाते, तो एक दिन भोग तो पहला समाप्ति करनी होंदी। दिन तो मसा ही है, 4 नहीं तो 5 बजते हैं, वध तो वध 6 दिन। 7वां दिन तो फिर भोग वाला ही बन जाता। कोई मशीन तो है नहीं ऑटोमैटिक भी जिहदे नाल वो चली जाए, सुच नपी जाओ तो वो चली जाए, आप जिथे मर्जी तुरे फिरो। संगत का प्रभाव हुंदा है, संगत सन्मुख बैठी होवे ओदी पावर भी हुंदी है। महाराज का बचन है विच संगत हर प्रभ वसै जियो। संगत ही कथा कराउंदी है, संगत ही पाठ कराउंदी है। जे संगत ना होवे तो पावरां लॉस हो जांदियां हन। तो जिहड़ियां भगती वालियां रूहां एकाग्रता वाले मन हुंदे ने, उन्हां दीयां पावरां भी सम्मिलित हो के जिहड़ा भगता है उन्होंने प्राप्त होंदियां ने। तो संगत की कृपा दे नाल ही सब कुछ हुंदा है। जे संगत ही सामने नहीं है तो कल्ला बंदा नहीं जे बोल सकता। कोई झूठी गल नहीं, तुसीं आप परत्या के वेख लो। गल्लां करन नूं जिन्नियां मर्जी करी जाइए, कल्ला बंदा ना तो कथा कर सकता है ना ही कीर्तन कर सकता है। बोलना बड़ा औखा है। हुणे हुणे रागी सिंह गए ने ते केवल उन्होंने 3 मिनट पहला स्टेज छड्डी है। 3 मिनटां की भी माफ़ी मंग के गए भी शरीर इन्ना नटाल हो गया भी महाराज के चरणों च अरदासां कीतियां भी सच्चे पातशाह टाइम पूरा कर दे। तो बहुत ही मुश्किल कहते भी टाइम पूरा किया। मैं क्या कोई गल नहीं। तो इस वास्ते वाधा घाटा शरीरां नाल बनिया होया है। ये शरीर मिट्टी का है, 5 तत्तां दा है। जान परमात्मा ने दी है, किसी वेले भी जवाब दे सकता है। आपदे आप नूं तां आखीए भी साडे कोल चौंकड़ा नहीं वजदा दी, सानूं तां कुर्सियां चाहीदियां ने। गुरुद्वारे भी आपां कुर्सियां ते सोफे भालदे हां ते बड़े बड़े सराणे ला के घरां दे विच ढोल ला के ते पाठी नूं आखीए भी तूं बोली जा। ते 204 रंग भावें सारी दिहाड़ी लगन ते इन्ना टाइम तूं बोल के परफॉर्मेंस दे। हुण तुसीं आप सियाणे हो, इहदा की जवाब है? बड़ा औखा है। तो महाराज ने सचमुच ही लिखिया है, इहदे विच कोई झूठी गल नहीं है
ਵੀ ਦੁਨੀਆ ਦੇ ਵਿੱਚ ਸਭ ਤੋਂ ਔਖਾ ਕੰਮ ਹੈ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਕਹਿ ਸਕਦੇ ਹਾਂ, 5 ਵਾਰ ਕਹਿ ਸਕਦੇ ਹਾਂ। ਜੇ ਸਾਨੂੰ ਕਹੇ ਵੀ ਤੂੰ 4 ਘੰਟੇ ਜਾਂ 5 ਘੰਟੇ ਉੱਚੀ ਉੱਚੀ ਬੋਲੀ ਜਾ, ਉੱਚੀ ਬੋਲ ਕੇ ਵਾਹਿਗੁਰੂ ਵਾਹਿਗੁਰੂ ਕਹਿਣਾ ਬੜਾ ਔਖਾ ਜੇ। ਆਖਣ ਔਖਾ ਸਾਚਾ ਨਾਮ, ਸੱਚਾ ਨਾਮ ਆਖਣਾ ਬੜਾ ਔਖਾ ਹੈ। ਜੇ ਮਹਾਰਾਜ ਆਪ ਹੀ ਕਿਰਪਾ ਕਰੇ, ਸਾਨੂੰ ਮਿਹਰ ਕਰਕੇ ਆਪ ਦੀ ਪ੍ਰਾਪਤੀ ਕਰਾਉਣ ਵਾਲੀ ਪ੍ਰੇਮਾ ਭਗਤੀ ਦੇ ਵਿੱਚ ਲਾ ਲੈਣਾ ਕਰੇ। ਜਿਹੜੀ ਭਗਤੀ ਹੈ ਉਹਦੇ ਨਾਲ ਸ਼ਾਂਤੀ ਮਿਲਦੀ ਹੈ। ਗੁਰਬਾਣੀ ਪੜ੍ਹਨ ਦੇ ਨਾਲ ਖੁਦ ਆਤਮਾ ਦਾ ਭਲਾ ਹੁੰਦਾ ਹੈ, ਜੰਮਣ ਮਰਨ ਦਾ ਗੇੜਾ ਮੁੱਕਦਾ ਹੈ। ਸ਼ਰਧਾ ਭਾਵਨਾ ਦੇ ਨਾਲ ਬੇਅੰਤ ਬੇਅੰਤ ਫਲ ਹੈ। ਪਰ ਕਈ ਵਾਰ ਬਹੁਤੀਆਂ ਹਦਾਇਤਾਂ ਸੁਣ ਸੁਣ ਕੇ ਤੇ ਜਿਹੜਾ ਮਨ ਹੈ ਉਹ ਕਾਲਾ ਵੀ ਪੈ ਜਾਂਦਾ ਹੈ। ਸੋ ਜੋ ਗੁਰਬਾਣੀ ਹੈ, ਮਹਾਰਾਜ ਦਾ ਨਾਮ ਹੈ, ਇਹ ਭਾਵੇਂ ਕਠਿਨ ਨਹੀਂ ਜੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਏ ਤੇ ਪਰ ਜਿਹੜੀਆਂ ਹਦਾਇਤਾਂ ਹਨ ਇਹ ਸੁਣਨੀਆਂ ਕਠਿਨ ਹਨ। ਇਸ ਵਾਸਤੇ ਕੋਈ ਵੀ ਗੱਲ ਜੇ ਆਪਾਂ ਕਰੀਏ ਤਾਂ ਆਪ ਤੇ ਢੁਕਾ ਕੇ ਵੀ ਜੇ ਅਸੀਂ ਇਸ ਤਰ੍ਹਾਂ ਹੋਈਏ ਤਾਂ ਸਾਡੀ ਪਰਫਾਰਮੈਂਸ ਕਿਵੇਂ ਹੋਏ, ਇਸ ਤਰ੍ਹਾਂ ਸੋਚ ਕੇ ਆਪਾਂ ਨੂੰ ਹਦਾਇਤ ਕਰਨੀ ਚਾਹੀਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪ ਦੇ ਚਰਨਾਂ ਦਾ ਸਾਨੂੰ ਸਭਨਾਂ ਨੂੰ ਪਿਆਰ ਬਖਸ਼ਣ ਜੀ। ਸ੍ਰੀ ਸਹਿਜ ਪਾਠ ਦਾ ਸਮਾਂ ਘੱਟ ਤੋਂ ਘੱਟ ਵੀ ਜੇ ਕੋਈ ਮੈਨੂੰ ਆਖੇ ਤਾਂ 1 ਮਹੀਨੇ ਦਾ ਹੋਣਾ ਚਾਹੀਦਾ ਹੈ। ਜੇ ਬਹੁਤਾ ਹੀ ਬੰਦਾ ਕੋਈ ਕਾਹਲਾ ਪਵੇ ਵੀ ਮੈਂ ਤਾਂ ਜਹਾਜ਼ੇ ਚੜ੍ਹਨਾ ਜੀ, ਮੇਰੇ ਤਾਂ ਮੁੰਡੇ ਦਾ ਵਿਆਹ ਹੈ ਜੀ, ਤੇ ਇਹ ਤਾਂ ਬਹੁਤ ਹੀ ਐਮਰਜੈਂਸੀ ਹੈ ਜੀ, 15 ਦਿਨ ਤੋਂ ਤਾਂ ਘੱਟ ਬਿਲਕੁਲ ਨਹੀਂ ਹੋਣਾ ਚਾਹੀਦਾ। ਜਿੰਨਾ ਵੀ ਟਾਈਮ ਘੱਟ ਹੋਊਗਾ ਉਹਨਾਂ ਫਿਰ ਸਾਨੂੰ ਅਸੈਪਟ ਕਰਨਾ ਪਊਗਾ। ਉਸ ਤਰੀਕੇ ਦੇ ਨਾਲ ਹੀ ਸਾਰਾ ਕੁਝ ਚੱਲੇਗਾ। ਤੋ ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ੍ਰੀ ਅਖੰਡ ਪਾਠ ਸਾਹਿਬ 3 ਦਿਨ ਲਗਾਤਾਰ ਇੱਕੋ ਚੌਂਕੜੇ 'ਤੇ ਬੈਠ ਕੇ ਸੁਣਿਆ ਸੀ। ਹੁਣ ਗੁਰੂ ਗੋਬਿੰਦ ਸਿੰਘ ਤਾਂ ਕੋਈ ਬਾਣ ਹੀ ਨਹੀਂ ਸਕਦਾ। ਜੇ ਆਪਾਂ ਕਹੀਏ ਵੀ ਸਾਰਾ ਅਖੰਡ ਪਾਠ ਬੋਲ ਕੇ ਹੋਵੇ, ਕਾਹਤੋਂ ਵੀ ਆਪਾਂ ਸੁਣਨਾ ਹੈ, ਕੋਈ ਸੁਣ ਕੇ ਦਿਖਾਵੇ, ਨਹੀਂ ਸੁਣਿਆ ਜਾਂਦਾ। ਸਹਿਜ ਪਾਠ ਵੀ ਨਹੀਂ ਸੁਣਿਆ ਜਾਂਦਾ। ਜਿੰਨਾ ਕੁ ਟਾਈਮ ਆਪਾਂ ਬੈਠ ਸਕਦੇ ਹਾਂ, ਘੰਟਾ, ਅੱਧਾ ਘੰਟਾ, 1.5 ਘੰਟਾ, ਕਿੰਨਾ ਚੰਗਾ ਹੋਵੇ ਜੇ ਖੁਦ ਅਸੀਂ ਆਪ ਕਰੀਏ। ਨਾਲੇ ਪੜ੍ਹਨ ਦਾ ਫਲ, ਨਾਲੇ ਸੁਣਨ ਦਾ, ਨਾਲੇ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ। ਸ਼ਰਧਾ ਭਾਵਨਾ ਨਾਲ ਭਾਵੇਂ ਹੌਲੀ ਕਰੀਏ, ਭਾਵੇਂ ਤੇਜ਼ ਕਰੀਏ, ਭਾਵੇਂ ਉੱਚੀ ਬੋਲੀਏ, ਤੋ ਸਭ ਸਮਾਂ ਸਫਲ ਹੋਵੇ। ਜਦ ਆਪਾਂ ਕਿਸੇ ਦੇ ਡਿਪੈਂਡ ਹੁੰਦੇ ਹਾਂ, ਪਹਿਲੀ ਗੱਲ ਤਾਂ ਸਮਾਂ ਹੀ ਨਹੀਂ ਆਪਸ 'ਚ ਮਿਲਦਾ, ਫਿਰ ਦੂਜਾ ਸਾਡੀ ਤਸੱਲੀ ਨਹੀਂ ਹੁੰਦੀ। ਤੋ ਖੁਦ ਮਹਾਰਾਜ ਦੀ ਬਾਣੀ ਨੂੰ ਆਪ ਪੜ੍ਹੀਏ, ਕਿਉਂਕਿ ਸਾਰਿਆਂ ਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ ਕਿ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ। ਜਨ ਨਾਨਕ ਪ੍ਰਭ ਸਦਾ ਧਿਆਏ। ਇਹ ਪਰਮੇਸ਼ਰ ਕਿਰਪਾ ਕਰੋ, ਆਪ ਦੀ ਮਿਹਰ ਕਰੋ। ਸੋ ਸਾਨੂੰ ਆਪਣੀ ਪ੍ਰੇਮਾ ਭਗਤੀ ਵਿੱਚ ਲਾਉਣਾ ਕਰੋ ਜੀ। ਮਹਾਰਾਜ ਕਥਨ ਕਰਦੇ, ਹੀ ਪਰਮੇਸ਼ਰ ਮੈਂ ਦਾਸ ਧਿਆ ਕਰ ਬਿਰਤੀ ਕਰਕੇ ਹਮੇਸ਼ਾ ਹੀ ਤੈਨੂੰ ਧਿਆਉਂਦਾ ਰਹਾਂ। ਮਨ ਬਾਣੀ ਸਰੀਰ ਕਰਕੇ ਹਮੇਸ਼ਾ ਤੇਰਾ ਸਿਮਰਨ ਕਰਦਾ ਰਹਾਂ ਜੀ। ਸੋਹੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਪਾਵਨ ਸ਼ਬਦ ਵਿੱਚ ਜਗਿਆਸੂ ਮਹਾਤਮਾ ਦੀ ਸੰਵਾਦ ਦੁਆਰਾ ਉੱਤਮ ਮੱਧਮ ਸਖੀ ਦੇ ਰੂਪ ਦੇ ਵਿੱਚ ਉਪਦੇਸ਼ ਕਥਨ ਕਰਦੇ ਹਨ। ਧੰਨ ਸੁਹਾਗਨ ਜੋ ਪ੍ਰਭੂ ਪਛਾਨੈ। ਉਹ ਮਹਾਤਮਾ ਰੂਪ ਸੁਹਾਗਮੰਤੀ ਪ੍ਰਭੂ ਆਨੰਦ ਵਾਲੀ ਧਨਤਾ ਦੇ ਯੋਗ ਹੈ, ਜੋ ਪ੍ਰਭੂ ਪਛਾਨੈ, ਜਿਹੜੀ ਪਤੀ ਪਰਮੇਸ਼ਰ ਨੂੰ ਆਪਣਾ ਸਰੂਪ ਕਰਕੇ ਪਹਿਚਾਣਦੀ ਹੈ। ਮਾਨੈ ਹੁਕਮ ਤਜੈ ਅਭਮਾਨੈ। ਅਤੇ ਆਪ ਦੇ ਗੁਣਾਂ ਸਾਧਨਾ ਆਦਿਕ ਦਾ ਹੰਕਾਰ ਛੱਡ ਕੇ
ਪਤੀ ਪਰਮੇਸ਼ਰ ਦੇ ਹੁਕਮ ਨੂੰ ਮੰਨਦੀ ਹੈ। ਪ੍ਰਯੋ ਸੋ ਰਾਤੀ ਰਲੀਆਂ ਮਨ, ਉਹ ਪਤੀ ਪਰਮੇਸ਼ਰ ਨਾਲ ਪ੍ਰੇਮ ਰੰਗ ਵਿੱਚ ਰੰਗੀ ਹੋਈ ਪਰਮੇਸ਼ਰ ਦੀਆਂ ਖੁਸ਼ੀਆਂ ਮਾਣਦੀ ਹੈ। ਹੁਣ ਅੱਗੇ ਉੱਤਮ ਸਖੀ ਮੱਧਮ ਦੇ ਤਾਈਂ ਕਥਨ ਕਰਦੀ ਹੈ। ਸੋਨ ਸਖੀਏ ਪ੍ਰਭ ਮਿਲਨ ਨਿਸ਼ਾਨੇ, ਇਹ ਮੱਧਮ ਸਖੀਏ ਸੁਣਨਾ ਕਰ, ਮੈਂ ਤੈਨੂੰ ਪਰਮੇਸ਼ਰ ਨੂੰ ਮਿਲਣ ਦੀ ਨਿਸ਼ਾਨੀ ਦੱਸਦੀ ਹਾਂ। ਮਨ ਤਨ ਅਰਪਾਇ ਤਜ ਲਾਜ ਲੁਕਾਨੇ, ਅਤੇ ਲੋਕਾਂ ਦੀ ਲਾਜ ਸ਼ਰਮ ਜਾਂ ਲੋਕ ਲਾਜ ਛੱਡ ਕੇ ਆਪਣਾ ਮਨ ਤੇ ਤਨ ਸਰੀਰ ਨੂੰ ਪਰਮੇਸ਼ਰ ਦੇ ਸਨਮੁਖ ਸੌਂਪਣਾ ਕਰ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਖੀ ਸਹੇਲੀ ਕਉ ਸਮਝਾਵੈ, ਉੱਤਮ ਮਹਾਤਮਾ ਰੂਪ ਸਖੀ ਮੱਧਮ ਜਗਿਆਸੂ ਰੂਪ ਸਹੇਲੀ ਨੂੰ ਸਿੱਖਿਆ ਦੇ ਕੇ ਸਮਝਾਉਂਦੀ ਹੈ। ਸੋਈ ਕਮਾਵੈ ਜੋ ਪ੍ਰਭ ਪਾਵੈ, ਕਿ ਉਹੀ ਕਰਮ ਕਮਾਉਣਾ ਚਾਹੀਦਾ ਜੋ ਕੁਝ ਪਰਮੇਸ਼ਰ ਨੂੰ ਪਾਉਂਦਾ ਹੈ। ਸਾ ਸੁਹਾਗਣ ਅੰਕ ਸਮਾਵੈ, ਫਿਰ ਉਹੀ ਸੁਹਾਗ ਮੰਨਤੀ ਪਰਮੇਸ਼ਰ ਦੇ ਆਨੰਦ ਵਾਲੀ ਪਰਮੇਸ਼ਰ ਦੇ ਸਰੂਪ ਦੇ ਵਿੱਚ ਸਮਾ ਜਾਂਦੀ ਹੈ। ਘਰ ਬਗਹਿਲੀ ਮਹਲ ਨ ਪਾਵੈ, ਜੋ ਜੀਵ ਜਗਿਆਸੂ ਰੂਪ ਇਸਤਰੀ ਆਪਣੇ ਗੁਣ ਆਪਣੀ ਵਿਦਿਆ ਆਪਣੇ ਸਾਧਨਾ ਆਦਿਕ ਦੇ ਹੰਕਾਰ ਦੇ ਵਿੱਚ ਪਕੜੀ ਹੋਈ ਹੈ, ਉਹ ਤੁਰਿਆ ਪਾਦ ਜਾਂ ਸਰੂਪ ਰੂਪੀ ਮਹਲ ਨੂੰ ਨਹੀਂ ਪਾ ਸਕਦੇ। ਫਿਰ ਪਛਤਾਵੈ ਜਬ ਰਹਿਣ ਵਿਹਾਵੈ, ਜਦ ਉਮਰ ਰੂਪ ਰਾਤ ਉਹਦੀ ਬਤੀਤ ਹੋ ਜਾਂਦੀ ਸੁੱਤੇ ਪਿਆ ਹੀ ਅਵਿਦਿਆ ਦੀ ਨੀਂਦ 'ਚ ਸੁੱਤੇ ਪਿਆ, ਫਿਰ ਮੁੜ ਕੇ ਪਛਤਾਉਂਦੀ ਰਹਿੰਦੀ ਹੈ। ਘਰ ਮਹੀਨ ਮਨ ਮੁਖ ਦੁਖ ਪਾਵੈ, ਇੰਜ ਸ੍ਰੇਸ਼ਟ ਕਰਮਾਂ ਤੋਂ ਬਗੈਰ ਮਨਮੁਖ ਜੀਵ ਰੂਪ ਇਸਤਰੀ ਜੰਮਣ ਮਰਨ ਦਾ ਦੁੱਖ ਪਾਉਂਦੀ ਹੈ। ਇਹ ਇੰਜ ਸੁਣ ਕੇ ਮੱਧਮ ਜਗਿਆਸੂ ਰੂਪ ਸਖੀ ਨੇ ਮਹਾਤਮਾ ਰੂਪ ਉੱਤਮ ਸਖੀ ਨੂੰ ਕਿਹਾ ਕਿ ਫਿਰ ਤੂੰ ਮੇਰੇ ਵੱਲੋਂ ਪਤੀ ਪਰਮੇਸ਼ਰ ਅੱਗੇ ਬੇਨਤੀ ਕਰ ਦੇ। ਤਾਂ ਮਹਾਤਮਾ ਰੂਪ ਉੱਤਮ ਸਖੀ ਕਹਿੰਦੀ ਹੈ ਕਿ ਬਿਨੋ ਕਰੀ ਜੇ ਜਾਣਾ ਦੂਰਾ, ਬੇਨਤੀ ਤਾਂ ਕਰਾਂ ਜੇ ਉਸ ਪਰਮੇਸ਼ਰ ਨੂੰ ਦੂਰ ਜਾਣਾ। ਅਬ ਅਬਨਾਸੀ ਰਹਿਆ ਭਰਪੂਰਾ, ਉਹ ਨਾਸ਼ ਤੋਂ ਰਹਿਤ ਪਰਮੇਸ਼ਰ ਤਾਂ ਸਾਰੇ ਪਰਿਪੂਰਨ ਵਿਆਪਕ ਹੋ ਰਿਹਾ ਹੈ। ਜਨ ਨਾਨਕ ਗਾਵੈ ਦੇਖਾ ਦੂਰਾ, ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਅਸੀਂ ਦਾਸ ਤੋਂ ਵਾਹਿਗੁਰੂ ਦੇ ਗੁਣ ਗਾਉਂਦੇ ਹਾਂ ਔਰ ਉਹਨੂੰ ਹਰ ਵਕਤ ਨੇੜੇ ਤੋਂ ਨੇੜੇ ਦੇਖਦੇ ਹਾਂ। ਜਾਂ ਹੇ ਜਗਿਆਸੂ ਰੂਪ ਸਖੀ, ਤੂੰ ਵੀ ਉਸ ਪਰਮੇਸ਼ਰ ਨੂੰ ਆਪਣੇ ਨੇੜੇ ਵੇਖ ਕੇ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰ। ਸੂਹੀ ਮਹੱਲਾ ਪੰਜਵਾ, ਸੂਹੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਬਖਸ਼ਿਸ਼ ਰਹਿਮਤਾਂ ਵਰਤਾ ਰਹੇ ਹਨ। ਗ੍ਰਹਿ ਵਾਸ ਗੁਰ ਕੀਨਾ, ਸੋ ਸਤਿਗੁਰਾਂ ਨੇ ਕਿਰਪਾ ਕਰਕੇ ਪਤੀ ਪਰਮੇਸ਼ਰ ਮੇਰੇ ਅਧੀਨ ਕਰ ਦਿੱਤਾ ਹੈ। ਆਓ ਘਰ ਕੀ ਨਾਰ, ਤੇ ਮੈਂ ਉਸ ਘਰ ਵਾਲੀ ਦੀ ਇਸਤਰੀ ਜੋ ਬਣ ਗਈ ਆ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣਨ ਵਾਲੀ ਪਟਰਾਣੀ ਹੋ ਗਈ ਹਾਂ। ਦਸ ਦਾਸੀ ਕਰ ਦੀਨੀ ਪਤਾਰ, ਫਿਰ ਪਤੀ ਪਰਮੇਸ਼ਰ ਨੇ ਦਸੇ ਇੰਦਰੀਆਂ ਦਾਸੀਆਂ ਗੋਲੀਆਂ ਕਰ ਦਿੱਤੀਆਂ, ਭਾ ਮੇਰੇ ਅਧੀਨ ਹੋ ਗਈਆਂ ਨੇ। ਰਾਣੀ ਭਾਵੇਂ ਕੁਝ ਵੀ ਨਾ ਜਾਣਦੀ ਹੋਏ, ਪਰ ਉਹ ਰਾਜੇ ਦੀ ਘਰ ਵਾਲੀ ਜਦ ਬਣ ਜਾਂਦੀ ਹੈ ਫਿਰ ਉਹਨੂੰ ਸਾਰੇ ਪਟਰਾਣੀ ਸਮਝ ਕੇ ਉਹਦਾ ਹੁਕਮ ਜਿਵੇਂ ਰਾਜੇ ਦਾ ਚੱਲਦਾ ਇਵੇਂ ਪਟਰਾਣੀ ਵੀ ਹੁਕਮ ਚਲਾਉਂਦੀ ਹੈ। ਬੀਬੀ ਭਾਵੇਂ ਇੱਕ ਵੀ ਅੱਖਰ ਨਾ ਪੜ੍ਹੀ ਹੋਵੇ, ਪਰ ਜੇ ਵਿਆਹੀ ਮਾਸਟਰ ਨਾਲ ਜਾਏ ਉਹਨੂੰ ਸਾਰੇ ਮਾਸਟਰਾਣੀ ਕਹਿਣਗੇ। ਤੇ ਭਾਵੇਂ ਟੈਂਪਰੇਚਰ ਵੇਖਣਾ ਨਾ ਜਾਣਦੀ ਹੋਵੇ ਬੀਬੀ, ਥਰਮਾਮੀਟਰ ਦੀ ਕੋਈ ਗਿਆਨ ਨਾ ਹੋਵੇ, ਤੇ ਜੇ ਡਾਕਟਰ ਨਾਲ ਵਿਆਹੀ ਜਾਏ ਉਹਨੂੰ ਸਾਰੇ ਡਾਕਟਰ ਨਹੀਂ ਕਹਿਣਗੇ। ਤੋ ਇੰਜ ਆਪਣੇ ਆਪ ਅਸੀਂ ਕੁਝ ਵੀ ਨਹੀਂ ਹਾਂ। ਸੂਰਜ ਦੇ ਪ੍ਰਕਾਸ਼ ਦੇ ਨਾਲ ਹੀ ਕਹਿੰਦੇ ਚੰਦਰਮਾ ਪ੍ਰਕਾਸ਼ਦਾ ਹੈ, ਤਾਰੇ ਪ੍ਰਕਾਸ਼ਦੇ ਨੇ, ਚਾਨਣ ਸੂਰਜ ਕੋਲੋਂ ਲੈਂਦੇ ਨੇ। ਤੇ ਜੇ ਸੂਰਜ ਦੇ ਸਾਹਮਣੇ ਆ ਜਾਣ ਤਾਂ ਨੰਮੇ ਪੈ ਜਾਂਦੇ ਨੇ, ਜੇ ਸੂਰਜ ਛਿਪ ਜਾਏ ਤਾਂ ਉਹ ਜਾਪਦੇ ਵੀ ਬੜੇ ਚਾਨਣ ਦਿੰਦੇ ਨੇ।
ਤੇ ਇੰਜ ਗੁਰਸਿੱਖ ਤਾਰਿਆਂ ਦੀ ਤਰ੍ਹਾਂ ਹਨ। ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੀ ਹੈ, ਬਾਣੀ ਦਾ। ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤਾਂ ਸੂਰਜ ਦੀ ਤਰ੍ਹਾਂ ਕੋਟ ਸੂਰ ਨਾਨਕ ਪ੍ਰਕਾਸ਼, ਗੁਰੂ ਸਾਹਿਬ ਦਾ ਹੀ ਪ੍ਰਕਾਸ਼ ਹੁੰਦਾ। ਤੇ ਉਂਝ ਸਾਰੇ ਵੱਖੋ ਵੱਖ, ਜਿਵੇਂ ਜਿਵੇਂ ਕਿਸੇ ਦੀ ਭਗਤੀ ਹੈ, ਤੇਜ ਪ੍ਰਤਾਪ ਹੈ, ਤੇ ਉਹਨਾਂ ਦਾ ਪ੍ਰਭਾਵ ਹੈ ਸਭ ਮਹਾਰਾਜ ਦੀ ਖੇਡ ਹੈ। ਗੁਰੂ ਸਾਹਿਬ ਦੇ ਕੌਤਕ ਨੇ। ਜੇ ਕੋਈ ਭੁਲੇਖੇ 'ਚ ਪੈ ਜਾਏ ਤੇ ਘਰ ਵਾਲੀ ਆਪਣਾ ਘਰ ਹੀ ਛੱਡ ਬੈਠੇ ਤੇ ਫਿਰ ਉਹ ਸਤਿਕਾਰ ਨਹੀਂ ਰਹਿੰਦਾ। ਤੋ ਇੰਜ ਜੇ ਹੰਕਾਰ ਦੇ ਨਾਲ ਗੁਰਦੁਆਰਾ ਹੀ ਛੱਡ ਕੇ ਬਹਿ ਜਾਏ, ਆਪ ਦਾ ਵੱਖਰਾ ਹੀ ਜੁਗਾੜ ਬਣਾ ਲਏ ਪੂਜਾ ਪ੍ਰਤਿਸ਼ਠਾ ਦਾ, ਮੱਥੇ ਟਿਕਾਉਣ ਦਾ, ਤਾਂ ਫਿਰ ਹੌਲੀ ਹੌਲੀ ਬੇਟਾ ਬਹਿੰਦਾ ਬਹਿੰਦਾ ਬਹਿ ਜਾਂਦਾ। ਰੱਬ ਵੱਲੋਂ ਵੀ ਝੂਠਾ ਪੈਂਦਾ, ਦੁਨੀਆ 'ਚ ਵੀ ਬਦਨਾਮੀ ਹੁੰਦੀ ਹੈ। ਜਿਵੇਂ ਸਰਸੇ ਵਾਲਾ, ਮੈਨੂੰ ਮਾਫ਼ ਕਰਨਾ, ਇਹ ਦਮਦਮਾ ਸਾਹਿਬ ਪੰਜ ਗ੍ਰੰਥੀ ਦੀ ਸੰਥਿਆ ਨੇ ਕੀਤੀ ਹੋਈ ਹੈ। ਗੁਰਬਾਣੀ ਪੜ੍ਹਨ ਵਾਲਾ ਗੁਰਸਿੱਖ ਸੀਗਾ। ਕੀ ਪਤਾ ਮੱਤ ਬੰਦੇ ਦੀ ਕਦੋਂ ਪੁੱਠੀ ਪੈ ਜਾਣੀ। ਪਰਮਾਤਮਾ ਦੇ ਚਰਨਾਂ 'ਚ ਅਰਦਾਸ ਹੈ ਵੀ ਮੱਤ ਟਿਕਾਣੀ ਰਹੇ। ਇਸੇ ਲਈ ਗੁਰੂ ਮਹਾਰਾਜ ਦੀ ਸ਼ਰਨ ਵਿੱਚ ਆ ਕੇ ਅਰਦਾਸ ਕਰੀਦੀ ਹੈ। ਸੰਗਤ ਦੇ ਵਿੱਚ ਮਿਲ ਕੇ ਰਹਿਣ ਦੀ ਇਸੇ ਕਰਕੇ ਹੀ ਆਗਿਆ ਹੈ ਵੀ ਮਨ ਵਿੱਚ ਮਾਨ ਨਾ ਆਏ, ਮਨ ਤੋਂ ਮਤ ਮਾਨ ਕਰੇ। ਜੇ ਹਉ ਕਿਸ ਜਾਣਦਾ, ਗੁਰਮੁਖ ਨਿਮਾਣਾ ਹੋ। ਤੋ ਇਸ ਵਾਸਤੇ ਹੈ ਸਾਰੇ ਸਿੱਖ ਹੀ ਨੇ ਪੱਗਾਂ ਵਾਲੇ, ਤੇ ਪਰ ਮਾਤੀ ਪੁੱਠੀ ਪੈ ਗਈ। ਗੁਰੂ ਸਾਹਿਬ ਦੀ ਕਿਰਪਾ ਹੋਵੇ, ਸਾਨੂੰ ਇਹ ਸੋਝੀ ਹੋਵੇ ਵੀ ਸਭ ਬਖਸ਼ਿਸ਼ਾਂ ਰਹਿਮਤਾਂ ਬਾਣੀ ਦੀਆਂ ਨੇ, ਕਿਉਂਕਿ ਸਾਰੇ ਬਾਣੀ ਨੂੰ ਵਰਤਦੇ ਨੇ। ਕਥਾ ਵੀ ਬਾਣੀ ਦੀ ਹੈ, ਪਾਠ ਵੀ ਬਾਣੀ ਦਾ ਹੈ। ਪਰ ਜੇ ਅਸੀਂ ਆਪ ਦਾ ਨਾਮ ਕਹੀਏ, ਇਹ ਝੂਠਾ ਹੈ। ਨਾਮ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਹੀ ਵਰਤਿਆ, ਸਾਡੇ ਗੁਰੂਆਂ ਨੇ ਆਪ ਦਾ ਨਾਮ ਨਹੀਂ ਵਰਤਿਆ। ਆਪਾਂ ਤਾਂ ਬੜਾ ਕੀ ਸੋਚ ਸਕਦੇ ਹਾਂ। ਬਾਣੀ ਗੁਰੂ ਅਰਜਨ ਸਾਹਿਬ ਦੀ ਚੱਲਦੀ ਹੈ, ਜਦੋਂ ਸਮਾਪਤੀ ਹੁੰਦੀ ਹੈ ਨਾਮ ਗੁਰੂ ਨਾਨਕ ਸਾਹਿਬ ਦਾ ਹੀ ਆਉਂਦਾ ਹੈ। ਕਿਸੇ ਗੁਰੂ ਨੇ ਆਪ ਦਾ ਨਾਮ ਨਹੀਂ ਲਿਖਿਆ, ਜੇ ਲਿਖਿਆ ਤਾਂ ਦਿਖਾਓ। ਤੋ ਇਸ ਲਈ ਮਹਾਰਾਜ ਨੇ ਨਿਮਰਤਾ ਜਨਾਈ ਹੈ। 10 ਪਾਤਸ਼ਾਹੀਆਂ ਤੋਂ 6 ਪਾਤਸ਼ਾਹੀਆਂ ਦੀ ਬਾਣੀ ਹੈ, ਬਾਕੀ ਸਤਿਗੁਰਾਂ ਨੇ ਬਾਣੀ ਉਚਾਰੀ ਹੋਈ ਨਹੀਂ। ਉਹਨਾਂ ਨੂੰ ਆਗਿਆ ਸੀ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਹੀ ਪ੍ਰਚਾਰ ਕਰਨਾ ਹੈ, ਉਹਨਾਂ ਪ੍ਰਚਾਰ ਹੀ ਕੀਤਾ ਹੈ। ਤੋ ਇਸ ਲਈ ਕਰੋ ਬਰਾਬਰ ਜੋ ਪ੍ਰੇ ਸੰਗਰਾਤੀ ਹਉਮੈ ਕੀ ਢਿਠਾਈ। ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਨੀ ਤਾਂ ਰੱਬ ਦੀ ਬਰਾਬਰੀ ਦੇ ਤੋਲ ਹੈ। ਇਹ ਹਉਮੈ ਦੀ ਢੀਠਤਾਈ ਹੈ। ਸੋ ਇਹ ਮਹਾਰਾਜ ਦਾ ਪ੍ਰਤਾਪ ਹੈ। ਗ੍ਰਹਿ ਵਸ ਗੁਰ ਕੀਨਾ, ਪਤੀ ਪਰਮੇਸ਼ਰ ਭਗਤਾਂ ਦੇ ਅਧੀਨ ਕਰ ਦਿੱਤਾ। ਸੋ ਤੂੰ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ, ਤੇ ਹੋਂ ਘਰ ਕੀ ਨਾਰ। ਮੈਂ ਫਿਰ ਉਸ ਪਰਮੇਸ਼ਰ ਘਰ ਵਾਲੀ ਦੀ ਇਸਤਰੀ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣਨ ਵਾਲੀ ਪਟਰਾਣੀ ਹੋ ਗਈ ਹਾਂ। ਜਦ ਵਾਹਿਗੁਰੂ ਪਤੀ ਬਣ ਗਿਆ, ਉਹਦੇ ਮਗਰੀ ਦਾਸ ਦਾਸੀਆਂ ਨੇ ਉਹ ਇੰਦਰੀਆਂ, ਜਿੰਨੀਆਂ 10 ਇੰਦਰੀਆਂ ਸਭ ਗੋਲੀਆਂ ਕਰ ਦਿੱਤੀਆਂ। ਸੋ ਜਿਤ ਲਾਈਨ ਤਿੱਤੈ ਲੱਗਦੀਆਂ ਨਾ ਖਿੰਜੋ ਤਾੜਾ। ਹੁਣ ਆਪੋ ਆਪਣੇ ਵਿਸ਼ਿਆਂ ਵੱਲ ਨਹੀਂ ਖਿੱਚਦੀਆਂ, ਜਿੱਧਰ ਨੂੰ ਅਸੀਂ ਲਾਉਂਦੇ ਆ ਉਧਰਲੇ ਪਾਸੇ ਲੱਗਦੀਆਂ ਹਨ। ਕੋਈ ਖਿੰਜੋ ਤਾੜਾ ਨਹੀਂ ਹੈ। ਸਗਲ ਸਮਗਰੀ ਮੈਂ ਘਰ ਕੀ ਜੋੜੀ। ਮੈਂ ਸਰੂਪ ਰੂਪ ਘਰ ਦੀ ਪ੍ਰਾਪਤੀ ਵਾਸਤੇ ਸ਼ੁਭ ਗੁਣ, ਵਿਵੇਕ, ਵੈਰਾਗ ਆਦਿਕ ਦੀ ਸਾਰੀ ਚੀਜ਼ ਵਸਤ ਜੋੜਨਾ ਭਾਵ ਇਕੱਤਰ ਕੀਤੀ ਹੈ। ਆਸ ਪਿਆਸੀ ਫਿਰ ਕਉ ਲੋੜੀ। ਆਸਾ ਕਰਕੇ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸੀ ਹੋ ਰਹੀ ਹਾਂ, ਜਾਂ ਬਿਰਤੀ ਨੂੰ ਨਾਮ ਵਿੱਚ ਜੋੜ ਕੇ ਭਾਵ ਬ੍ਰਹਮਾਕਾਰ ਕਰਕੇ ਪ੍ਰਭੂ ਪ੍ਰਾਪਤੀ ਦੀ ਆਸਾ ਸਹਿਤ ਦਰਸ਼ਨਾਂ ਦੀ ਧਿਆਈ ਹੋ ਰਹੀ ਹਾਂ, ਅਤੇ ਪਿਆਰੇ ਪਤੀ ਪਰਮੇਸ਼ਰ ਨੂੰ ਹੀ ਹਮੇਸ਼ਾ ਚਾਹੁੰਦੀ ਰਹਿੰਦੀ ਹਾਂ। ਇਹੀ ਮੇਰੀ ਭਾਵਨਾ ਹੈ ਗੁਰੂ ਘਰ ਆਉਣ ਦੀ, ਮਹਾਰਾਜ ਦੇ ਗੁਣ ਗਾਉਣ ਦੀ, ਕਿ ਪਤੀ ਪਰਮਾਤਮਾ ਦੀ ਪ੍ਰਸੰਨਤਾ ਮਿਲੇ, ਉਹਦੇ ਦਰਸ਼ਨ ਮਿਲਣ। ਕਵਨ ਕਹਾ ਗੁਣ ਕੰਤ ਪਿਆਰੇ। ਇਹ ਮੇਰੇ ਪਿਆਰੇ ਪਤੀ ਪਰਮੇਸ਼ਰ, ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਮੈਂ ਕਹਾ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੋ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰ ਨਾ ਸਾਕੋ,
ਤੂੰ ਠਾਕੁਰ ਊਚ ਭਗਵਾਨਾ। ਸੁਗੜ ਸਰੂਪ ਦਿਆਲ ਮੁਰਾਰੀ। ਤੂੰ ਸ੍ਰੇਸ਼ਟ ਘਾੜਤਾਂ ਨੂੰ ਕੱਢਣ ਵਾਲਾ ਸੁੰਦਰ ਸਰੂਪ, ਦਇਆ ਦਾ ਘਰ ਤੇ ਮੁਰ ਦੈਂਤ ਆਦਿਕਾਂ ਦਾ ਵੈਰੀ ਹੈ। ਹੰਕਾਰ ਰੂਪੀ ਮੁਰ ਦੈਂਤ ਦਾ ਵੈਰੀ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ, ਤੇਰੇ 'ਚ ਤਾਂ ਗੁਣ ਨੇ, ਤੂੰ ਦਿਆਲੂ ਹੈ, ਮੁਰਾਰੀ ਹੈ, ਤੇ ਮੇਰੇ ਵਿੱਚ ਔਗਣ ਨੇ, ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਈ। ਜੇ ਅਸੀਂ ਥੋੜ੍ਹੇ ਬਹੁਤੇ ਚੰਗੇ ਲੱਗ ਰਹੇ ਹਾਂ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹੋਣ ਕਰਕੇ ਇਹ ਸਭ ਕੁਛ ਪ੍ਰਤੀਤ ਹੋ ਰਿਹਾ ਹੈ। ਕੰਗ ਸਤ ਸਿਗਾਰ ਪਵੰਜਨ ਪਾਇਆ। ਫਰੀਦ ਸਾਹਿਬ ਨੇ ਆਪਦੇ ਸ਼ਲੋਕਾਂ 'ਚ ਨਿਮਰਤਾ ਜਨਾਈ ਹੈ ਕਿ ਦੁਨੀਆ ਦਾ ਸਾਰੇ ਬਾਬਾ ਜੀ ਕਹਿ ਕੇ ਬੁਲਾਉਂਦੇ ਨੇ, ਪਰ ਮੇਰੇ 'ਚ ਬਾਬਿਆਂ ਵਾਲਾ ਇੱਕ ਵੀ ਗੁਣ ਨਹੀਂ ਹੈ। ਜੇ ਮੈਂ ਆਪਦੇ ਅੰਦਰ ਝਾਤ ਮਾਰ ਕੇ ਵੇਖਦਾ ਤੇ ਸਾਰੇ ਔਗਣਾਂ ਦਾ ਭਰਿਆ ਹੋਇਆ ਹੈ। ਫਰੀਦਾ ਕਾਲੇ ਮਹਿੰਡੇ ਕੱਪੜੇ, ਜਿਹੜੇ ਸੂਫੀ ਮੁਸਲਮਾਨ ਫਕੀਰ ਨੇ ਉਹ ਕਾਲੇ ਕੱਪੜੇ ਪਾਉਂਦੇ ਨੇ। ਕਾਲੇ ਕੱਪੜੇ ਸੋਗ ਦੀ ਨਿਸ਼ਾਨੀ ਆ। ਜਦੋਂ ਕੋਈ ਮਰ ਜਾਏ ਅਫਸੋਸ ਕਰਨ ਕਾਲੇ ਕੱਪੜੇ ਪਾ ਕੇ ਜਾਈਦਾ। ਤੇ ਆ ਜਿਹੜੇ ਚਿੱਟੇ ਕੱਪੜੇ ਨੇ ਇਹ ਵੀ ਮਰਿਆਂ ਦੀ ਨਿਸ਼ਾਨੀ, ਮਾਫ ਕਰਨਾ, ਮਰੇ ਦੇ ਗਲ ਖਫਨ ਪਾਈਦਾ। ਖਫਨ ਹੁੰਦਾ ਚਿੱਟੇ ਰੰਗ ਦਾ। ਸੂਫੀ ਫਕੀਰ ਕਾਲੇ ਕੱਪੜੇ ਤਾਂ ਪਾਉਂਦੇ ਨੇ ਵੀ ਜਿਉਂਦੇ ਹੀ ਮਰੇ ਸਮਝਣ। ਤੇ ਇਹ ਵੀ ਇੱਕ ਨਿਮਰਤਾ ਹੈ। ਚਿੱਟੇ ਵਸਤਰ ਸਾਦਗੀ ਬਿਰਤੀ ਦੀ ਨਿਸ਼ਾਨੀ ਹੈ ਵੀ ਆਪ ਦੇ ਆਪ ਨੂੰ ਹੰਕਾਰ ਤੋਂ ਰਹਿਤ ਹੋ ਕੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣ, ਸਾਬਰ ਸਿਦਕ ਸ਼ਹੀਦ ਭਰਮ ਭੁਖ ਹੋਵਣ। ਇਸ ਨੂੰ ਚਿੱਟਾ ਕੱਪੜਾ ਦਿਓ ਨਾ, ਸਾਨੂੰ ਮਿਲਦੇ ਚਿੱਟੇ ਨੇ। ਗਾਂ ਕਿਸੇ ਨੂੰ ਦੇਣਾ ਹੋਏ ਤੇ ਮਾਈਆਂ ਬੀਬੀਆਂ 100 ਸੋਚਾਂ ਸੋਚਦੀਆਂ ਵੀ ਨਾ ਵੀਰ ਇਹ ਨਹੀਂ ਦੇਣਾ। ਲੋਕ ਸੋਚਣਗੇ ਚਿੱਟਾ ਕੱਪੜਾ ਨਹੀਂ ਦੇਈਦਾ। ਇਸ ਤਰ੍ਹਾਂ ਦੁਨੀਆ ਦੀ ਸੋਚ ਹੈ। ਤੋ ਮਤਲਬ ਕਹਿਣ ਦਾ ਵੀ ਪਾਏ ਅਸੀਂ ਕਾਲੇ ਕੱਪੜੇ ਨੇ, ਭਾਵ ਸੂਫੀ ਫਕੀਰ ਕਾਲੇ ਪਾਉਂਦੇ ਤੇ ਆਪਾਂ ਚਿੱਟੇ ਪਾਉਂਦੇ ਹਾਂ। ਫਰੀਦਾ ਕਾਲੇ ਮਹਿੰਡੇ ਕੱਪੜੇ, ਕੱਪੜੇ ਵੇਖ ਕੇ ਲੋਕ ਬਾਬਾ ਜੀ ਕਹਿੰਦੇ ਨੇ, ਸੰਤ ਜੀ ਕਹਿੰਦੇ ਨੇ, ਭਾਈ ਜੀ ਕਹਿੰਦੇ ਨੇ, ਗੁਰਸਿੱਖ ਸਮਝਦੇ ਨੇ, ਪਰ ਸਾਡੇ ਪੱਲੇ ਪੁੱਲੇ ਕੱਖ ਹੈ ਨਹੀਂ। ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ, ਲੋਕ ਹੈ ਦਰਵੇਸ਼। ਲੋਕ ਦਰਵੇਸ਼ ਕਹਿੰਦੇ ਨੇ, ਮੈਂ ਔਗਣਾਂ ਦਾ ਭਰਿਆ ਹੋਇਆ ਹਾਂ। ਇਹ ਮਹਾਰਾਜ ਸਤ ਸਿਗਾਰ ਪਵੰਜਨ ਪਾਇਆ। ਜੇ ਜਗਿਆਸੂ ਰੂਪ ਇਸਤਰੀ ਨੇ ਸੱਚ ਬੋਲਣ, ਸਤ ਪ੍ਰਤਗੀ ਹੋਂ ਰੂਪ, ਸੁਹੱਪਣ ਸ਼ਿੰਗਾਰ ਨੂੰ ਧਾਰਿਆ ਹੈ। ਅੰਮ੍ਰਿਤ ਨਾਮ ਤਬੋਲ ਮੁਖ ਖਾਇਆ। ਅਤੇ ਆਪਣੇ ਮਨ ਬੁੱਧ ਰੂਪ ਅੱਖਾਂ 'ਚ ਪਰਮੇਸ਼ਰ ਦੇ ਭੈ ਦਾ ਸੁਰਮਾ ਪਾਇਆ। ਨਾਮ ਅੰਮ੍ਰਿਤ ਰੂਪ ਪਾਣ ਦਾ ਬੀੜਾ ਤੇ ਆਪਣੇ ਅੰਤःਕਰਨ ਭੀਮੂ ਦੁਆਰਾ ਖਾਣਾ ਕੀਤਾ, ਭਾਵ ਹਿਰਦੇ 'ਚ ਵਸਾਇਆ ਹੈ। ਕੰਗਨ ਬਸਤਰ ਗਹਿਨੇ ਬਨੇ ਸੁਹਾਵੇ। ਸੋ ਕਰਤੇ ਪਰਮੇਸ਼ਰ ਦਾ ਸਿਮਰਨ ਕਰਨ ਰੂਪ ਕੜੇ ਆਪਣੇ ਮਨ ਰੂਪ ਹੱਥ ਵਿੱਚ ਪਹਿਨੇ ਨੇ, ਸੋਨੇ ਦੇ ਕੜੇ। ਵਿਵੇਕ ਵਿਰਾਗ ਖਟ ਸੰਧੀ ਮਮੋਖ ਇਸ਼ਰਾ ਸਾਧਨਾਂ ਦੇ ਬਸਤਰ ਪਹਿਨੇ ਨੇ। ਮਨ ਨੂੰ ਚੰਚਲਤਾਈ ਵੱਲੋਂ ਪਕੜਨ ਰੂਪ ਗਹਿਣੇ ਪਾਏ ਨੇ, ਹੋਰ ਹਾਰ ਆਦਿਕ। ਇਹ ਸਭ ਬੜੇ ਸੁਹਾਵਣੇ ਸ਼ੋਭਨੀਕ ਬਣ ਰਹੇ ਹਨ। ਧਨ ਸਭ ਸੁਖ ਪਾਵੈ ਜਾਂ ਪਿਰ ਕਰ ਆਵੈ। ਐਸੀ ਜਗਿਆਸੂ ਰੂਪ ਇਸਤਰੀ ਉਦੋਂ ਸਾਰੇ ਆਨੰਦ ਪਾ ਲੈਂਦੀ ਹੈ ਜਦ ਪਤੀ ਪਰਮੇਸ਼ਰ ਉਹਦੇ ਹਿਰਦੇ ਰੂਪ ਘਰ 'ਚ ਆ ਕੇ ਪ੍ਰਗਟ ਹੋ ਜਾਂਦਾ ਹੈ। ਗੁਣ ਕਾ ਮਨ ਕਰ ਕੰਤ ਰਿਜਾਇਆ। ਸ਼ਰਧਾ ਆਦਿਕ ਸ਼ੁਭ ਗੁਣਾ ਰੂਪੀ ਟੂਣਾ ਕਰਕੇ, ਕੱਪੜਿਆਂ ਨਾਲ ਨਹੀਂ ਪਤੀ ਪ੍ਰਸੰਨ ਹੁੰਦਾ। ਪਤੀ ਪਰਮੇਸ਼ਰ ਨੂੰ ਸ਼ੁਭ ਗੁਣਾਂ ਦਾ ਟੂਣਾ ਕਰਕੇ ਪ੍ਰਸੰਨ ਕੀਤਾ ਜਾ ਸਕਦਾ। ਵਸ ਕਰ ਲੀਨਾ ਗੁਰ ਪਰਮ ਚੁਕਾਇਆ। ਪਰ ਭਗਤੀ ਕਰਕੇ ਅਧੀਨ ਕਰ ਲਿਆ ਹੈ। ਗੁਰਾਂ ਨੇ ਮੇਰਾ ਸਾਰਾ ਭਰਮ ਚੁੱਕ ਦਿੱਤਾ, ਭਾਵ ਨਿਵਰਤ ਕਰ ਦਿੱਤਾ। ਮੈਂ ਪਹਿਲਾਂ ਬੇਨਤੀ ਕਰ ਰਿਹਾ ਸੀ ਵੀ ਲੋਕਾਂ ਦੇ ਭਾਣੇ ਵੀ ਦਾਣੇ ਵੇਚ ਕੇ ਰੱਬ ਪਾ ਲਿਆ, ਪਰ ਕਬੀਰ ਜੀ ਕਹਿੰਦੇ ਦਾਣੇ ਵੇਚ ਕੇ ਨਹੀਂ ਪਾਇਆ। ਸੋ ਜਿਵੇਂ ਦਾਣੇ ਵੇਚ ਕੇ ਗੋਲੇ ਤੇ ਕੁਲਫੀਆਂ ਖਾਂਦੇ ਰਹੇ
ਤਾਂਬਾ ਵੇਚ ਕੇ ਪਤੀਸਾ ਖਾਂਦੇ ਰਹੇ। ਇਸ ਤਰ੍ਹਾਂ ਨਹੀਂ ਰੱਬ ਨੂੰ ਪਾਇਆ ਵੀ ਆਏ ਤੇ ਫੜ ਕੇ ਗੁਰਦੁਆਰਿਓਂ ਲੈ ਗਏ, ਚੌਂਕੜਾ ਮਾਰਿਆ ਹੈ, ਮਾਲਾ ਫੇਰੀ ਹੈ, ਸਾਰੀ ਸਾਰੀ ਰਾਤ ਜਾਗਦੇ ਰਹੇ ਆ। ਐਵੇਂ ਨਹੀਂ ਰੱਬ ਮਿਲਦਾ, ਇਹ ਕੋਈ ਸੌਖਾ ਕੰਮ ਨਹੀਂ। ਕਬੀਰ ਚਤੁਰਾਈ ਅਤ ਘਣੀ, ਬੜੀ ਸਿਆਣਪ ਹੋਣੀ ਚਾਹੀਦੀ ਹੈ। ਹਰ ਜਪ ਹਿਰਦੇ ਮਾਹੇ, ਸੂਰੀ ਉੱਪਰ ਖਿਲਣਾ, ਗਿਰੇ ਤਾਂ ਠਾਹਰ ਨਾਹੀ। ਕਬੀਰ ਜੀ ਕਿਵੇਂ ਪਾਇਆ? ਕਹਿੰਦੇ ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੇ ਰਗ ਰਾਇਆ। ਬੱਚਿਆਂ ਵਾਲਾ ਸੁਭਾਅ ਰੱਖਣਾ ਪੈਂਦਾ ਤੇ ਭਗਤੀ ਕਰਕੇ ਪ੍ਰਭੂ ਪਰਮਾਤਮਾ ਨੂੰ ਪਾਇਆ ਹੈ। ਸਭ ਤੇ ਉੱਚਾ ਮੰਦਰ ਮੇਰਾ, ਇਹ ਸਖੀਓ ਜਿਹੜਾ ਮੇਰਾ ਗਿਆਨ ਰੂਪੀ ਨਿਵਾਸ ਸਥਾਨ ਇਹ ਸਭ ਤੋਂ ਉੱਚਾ ਹੈ। ਸਭ ਕਾਮਨ ਤਿਆਗੇ ਪ੍ਰਭ ਪ੍ਰੀਤਮ ਮੇਰਾ, ਉਸੇ ਪਤੀ ਪਰਮੇਸ਼ਰ ਨੇ ਹੋਰ ਸਾਰੀਆਂ ਜੀਵ ਰੂਪ ਇਸਤਰੀਆਂ ਹਉਮੈ ਦੇ ਸਹਿਤ ਹੋਣ ਕਰਕੇ ਛੱਡ ਦਿੱਤੀਆਂ ਤੇ ਪਤੀ ਪਰਮੇਸ਼ਰ ਮੇਰਾ ਪਿਆਰਾ ਬਣ ਗਿਆ ਹੈ। ਪ੍ਰਗਟਿਆ ਸੂਰਜ ਜੋਤਿ ਉਜਿਆਰਾ, ਉਸ ਪ੍ਰੀਤਮ ਦੀ ਕਿਰਪਾ ਨਾਲ ਮੇਰੇ ਦੇ ਹਿਰਦੇ ਰੂਪ ਆਕਾਸ਼ ਵਿੱਚ ਅਪਰੋਹ ਗਿਆਨ ਰੂਪ ਸੂਰਜ ਉਦੇ ਹੋਇਆ ਹੈ। ਸੇਜ ਵਿਛਾਈ ਸਰਦੇ ਅਪਾਰਾ, ਹਰ ਸਭ ਪਾਸੇ ਉਹਦੀ ਜੋਤ ਦਾ ਹੀ ਪ੍ਰਕਾਸ਼ ਹੋ ਗਿਆ ਹੈ। ਨਵ ਰੰਗ ਲਾਲ ਸੇਜ ਰਾਵਣ ਆਇਆ, ਉਸ ਬੇਅੰਤ ਪਰਮੇਸ਼ਰ ਦੀ ਪ੍ਰਾਪਤੀ ਲਈ ਮੈਂ ਉਹਦੀ ਸ਼ਰਧਾ ਰੂਪ ਸੇਜਾ ਵਿਛਾਈ ਹੈ। ਨਵੇਂ ਰੰਗ ਵਾਲਾ ਮੇਰਾ ਪਿਆਰਾ ਪਰਮੇਸ਼ਰ ਮੇਰੀ ਸ਼ਰਧਾ ਦੀ ਸੇਜ ਤੇ ਮੈਨੂੰ ਮੰਨਣ ਭਾਵ ਆਪਣੇ ਨਾਲ ਮਿਲਣ ਅਭੇਦ ਕਰਨ ਲਈ ਆਇਆ ਹੈ। ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ, ਸਤਿਗੁਰੂ ਮਹਾਰਾਜ ਸਾਹਿਬ ਦਾਸਾ ਭਾਵ ਧਾਰ ਕੇ ਵਿਚਾਰਨ ਕਰਦੇ ਨੇ ਕਿ ਇੰਜ ਮੈਂ ਜਗਿਆਸੂ ਰੂਪ ਇਸਤਰੀ ਨੇ ਪਿਆਰੇ ਪਤੀ ਪਰਮੇਸ਼ਰ ਨਾਲ ਮਿਲ ਕੇ ਉਹਦੀ ਪ੍ਰਾਪਤੀ ਦੇ ਆਨੰਦ ਨੂੰ ਪਾਇਆ, ਜਾਂ ਅਭਾਸ ਬਿਰਤੀ ਰੂਪ ਇਸਤਰੀ ਨੇ ਚੇਤਨ ਨੂੰ ਪ੍ਰੀ ਨਾਲ ਮਿਲ ਕੇ ਏਕਤਾ ਪਾਈ ਹੈ ਅਤੇ ਅਦਵੈ ਆਨੰਦ ਨੂੰ ਪ੍ਰਾਪਤ ਕੀਤਾ ਹੈ। ਇੱਥੇ ਸ਼ਬਦ ਸੰਪੂਰਨ ਹੋਇਆ ਹੈ ਜੀ। ਭੁੱਲ ਚੁੱਕ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਨਵ ਰੰਗ ਲਾਲ ਸਿਜ ਰਾਵਣ ਆਇਆ, ਜਨ ਨਾਨਕ ਪਿਰ ਧਨ ਮਿਲ ਸੁਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।